हेलो एवरीवन। ਅੱਜ ਸਾਡਾ ਨੈਕਸਟ ਟੌਪਿਕ ਹੈਗਾ ਆਪਣਾ ਡਿਗਰੀ ਆਫ ਫਰੀडम। ਡਿਗਰੀ ਆਫ ਫਰੀडम ਡੈਫੀਨੇਸ਼ਨ ਤੇ ਜਾਣ ਤੋਂ ਪਹਿਲਾਂ ਅਸੀਂ ਕਨਸੈਪਟ ਸਮਝਦੇ ਹਾਂ। ਠੀਕ ਹੈ ਸਟੂਡੈਂਟਸ, ਮੰਨ ਲਓ ਤੁਹਾਨੂੰ ਮੈंने ਕਹਿ ਦਿੱਤਾ ਵੀ ਆਹ ਵਾਲਾ ਪੁਆਇੰਟ ਆ, ਠੀਕ ਹੈ, ਇਹ ਪੁਆਇੰਟ ਨੂੰ ਤੁਸਾਂ ਨੇ ਲੋਕੇਟ ਕਰਨਾ। ਤੁਸੀਂ ਕੀ ਕਰੋਗੇ ਫਿਰ? ਤੁਹਾਨੂੰ ਕਹਿ ਦਿੱਤਾ ਵੀ ਤੁਸੀਂ ਇਹ ਪੁਆਇੰਟ ਨੂੰ ਲੋਕੇਟ ਕਰੋ, ਕਿੱਥੇ ਆ। ਤੁਸੀਂ ਕੀ ਕਰਨਾ, ਤੁਸੀਂ ਕਰੋਗੇ ਇੱਕ ਕੋਆਰਡੀਨੇਟ ਐਕਸਿਸ ਬਣਾਓਗੇ। ਠੀਕ ਹੈ, ਆਪਣੇ ਕੋਲ ਕੋਆਰਡੀਨੇਟ ਐਕਸਿਸ ਬਣਾਇਆ, ਐਕਸ ਐਕਸਿਸ, ਵਾਈ ਐਕਸਿਸ ਤੇ ਜ਼ੈਡ ਐਕਸਿਸ। ਠੀਕ ਹੈ, ਕੋਆਰਡੀਨੇਟ ਐਕਸਿਸ ਆਇਆ, ਅਸੀਂ ਐਕਸਿਸ ਨੂੰ ਡਿਨੋਟ ਕਰਿਆ। ਉਸ ਤੋਂ ਬਾਅਦ ਇਹ ਆਪਣਾ ਓਰੀਜਨ ਆ। ਤੁਸੀਂ ਆਖੋਗੇ ਜੀ ਇਹ ਪੁਆਇੰਟ ਨੂੰ ਮੈਂ ਲੋਕੇਟ ਕਰਨਾ, ਇਹਨੂੰ ਮੈਂ ਪੀ ਦਾ ਨਾਮ ਦਿੱਤਾ ਤੇ ਇਹ ਐਕਸ ਐਕਸਿਸ ਜਿਹੜਾ ਬਾਹਰ ਨੂੰ ਆਇਆ ਹੋਇਆ ਸਾਡਾ ਉਹ ਐਕਸ ਦੂਰੀ ਹੈ। ਵਾਈ ਐਕਸਿਸ ਜੋ ਜ਼ੀਰੋ ਓਰੀਜਨ ਤੋਂ ਰਾਈਟ ਨੂੰ ਗਿਆ ਹੋਇਆ ਉਹ ਵਾਈ ਦੂਰੀ ਹੈ। ਜੋ ਓਰੀਜਨ ਤੋਂ ਅਪ ਨੂੰ ਗਿਆ ਹੋਇਆ ਉਹ ਸਾਡੀ ਜ਼ੈਡ ਦੂਰੀ ਆ। ਹੁਣ ਪੁਆਇੰਟ ਪੀ ਨੂੰ ਲੋਕੇਟ ਕਰਨ ਵਾਸਤੇ ਮਿਨੀਮਮ ਨੰਬਰ ਆਫ ਕੋਆਰਡੀਨੇਟਸ ਕਿੰਨਿਆਂ ਦੀ ਲੋੜ ਆ? ਉਹ ਕਿੰਨੇ ਨੇ ਸਾਡੇ ਕੋਲ? 1 2 3। ਸਾਡੇ ਕੋਲ ਕੀ ਹੋਇਆ? 3। ਇਹ 3 ਕੀ ਹੈ? ਸਾਡੀ ਡਿਗਰੀ ਆਫ ਫਰੀडम। ਡਿਗਰੀ ਆਫ ਫਰੀडम। ਠੀਕ ਹੈ ਸਟੂਡੈਂਟਸ, ਹੁਣ ਅਸੀਂ ਇੱਕ ਪਾਰਟੀਕਲ ਹੋਰ ਲੈ ਆਉਂਦੇ ਹਾਂ। ਲਓ ਜੀ, ਇੱਕ ਪਾਰਟੀਕਲ ਅਸਾਂ ਨੇ ਇਹ ਲੈ ਆਂਦਾ। ਤੁਹਾਨੂੰ ਫਿਰ ਮੈंने ਆਖਿਆ ਵੀ ਇਹਨੂੰ ਲੋਕੇਟ ਕਰੋ। ਤੁਸੀਂ ਕੀ ਕਰੋਗੇ? ਤੁਸੀਂ ਕਿਹਾ ਜੀ ਇਹਦਾ ਨਾਮ ਮੈंने ਕਿਉਂ ਰੱਖਿਆ? ਠੀਕ ਹੈ, ਇਹਨੂੰ ਅਸੀਂ x1 ਦੂਰੀ ਇਹ ਬਾਹਰ ਨੂੰ ਆਇਆ, y1 ਦੂਰੀ ਇਹ ਰਾਈਟ ਨੂੰ ਗਿਆ ਤੇ z1 ਦੂਰੀ ਇਹ ਉੱਪਰ ਨੂੰ ਗਿਆ। ਠੀਕ ਹੈ, ਹੁਣ ਦੇਖੋ ਇਹ ਪੁਆਇੰਟ ਨੂੰ ਲੋਕੇਟ ਕਰਨ ਵਾਸਤੇ ਕਿੰਨੇ ਕੋਆਰਡੀਨੇਟਸ ਦੀ ਲੋੜ ਪਈ ਸਾਨੂੰ? 3 ਕੋਆਰਡੀਨੇਟਸ ਦੀ। 3 ਕੋਆਰਡੀਨੇਟ। ਠੀਕ ਹੈ, 3 ਕੋਆਰਡੀਨੇਟਸ ਦੀ। ਇਹ ਪੁਆਇੰਟ ਦੀ ਦੂਰੀ ਕਿੰਨੀ ਹੋਈ? ਸੌਰੀ, ਇਹ ਪੁਆਇੰਟ ਦੇ ਡਿਗਰੀ ਆਫ ਫਰੀडम ਕਿੰਨੇ ਹੋਏ ਸਾਡੇ? 3 ਡਿਗਰੀ ਆਫ ਫਰੀडम। ਡਿਗਰੀ ਆਫ ਫਰੀडम। ਅਗਰ ਅਸੀਂ ਦੋਨਾਂ ਪੁਆਇੰਟਸ ਦੇ ਡਿਗਰੀ ਆਫ ਫਰੀडम ਵੇਖਦੇ ਹਾਂ, ਠੀਕ ਹੈ, ਪੀ ਪੁਆਇੰਟ ਤੇ ਕਿਊ ਪੁਆਇੰਟ ਦੇ, ਫਿਰ ਕੀ ਹੁੰਦਾ ਸਾਡਾ? ਇਹਨਾਂ ਦੋਨਾਂ ਦਾ ਪਲੱਸ ਹੋ ਜਾਣਾ। ਸਾਡੇ ਕੋਲ ਕਿੰਨੀ ਡਿਗਰੀ ਆਫ ਫਰੀडम ਆ ਜਾਣੀ ਹੈ? 6 ਡਿਗਰੀ ਆਫ ਫਰੀडम। 6 ਡਿਗਰੀ ਆਫ ਫਰੀडम। ਠੀਕ ਹੈ ਸਟੂਡੈਂਟਸ, ਹੁਣ ਦੇਖੋ ਜਦੋਂ ਅਸੀਂ ਸਿੰਗਲ ਪੁਆਇੰਟ ਲਿਆ ਸੀ ਉਦੋਂ ਸਾਡੇ ਕੋਲ ਕੀ ਆਉਂਦੀ ਸੀ? 3 ਆਉਂਦੀ ਸੀ ਡਿਗਰੀ ਆਫ ਫਰੀडम। ਜਦੋਂ ਅਸੀਂ 2 ਪੁਆਇੰਟ ਲਏ ਉਦੋਂ ਸਾਡੇ ਕੋਲ ਕੀ ਹੈ? 6 ਆਈ ਆ। 3 ਨੂੰ ਕਿੱਦਾਂ ਲਿਖ ਸਕਦੇ ਹਾਂ ਅਸੀਂ? 3 × 1। 6 ਨੂੰ ਕਿੱਦਾਂ ਲਿਖ ਸਕਦੇ ਹਾਂ ਅਸੀਂ? 3 × 2। ਠੀਕ ਹੈ ਸਟੂਡੈਂਟਸ, ਅਸੀਂ ਹੁਣ ਪਾਰਟੀਕਲ ਇੱਕ ਹੋਰ ਲੈ ਲੈਂਦੇ ਹਾਂ। ਇੱਕ ਪਾਰਟੀਕਲ ਇੱਥੇ ਹੋਰ ਲਓ। ਠੀਕ ਹੈ, ਇਹਨੂੰ ਸਾਨੂੰ ਕਿਹਾ ਵੀ ਲੋਕੇਟ ਕਰੋ। ਇਹਨੂੰ ਤੁਹਾਂ ਨੇ ਆਖਿਆ ਇਹਨੂੰ A ਦਾ ਨਾਮ ਲਿਆ ਤੇ x2 y2 ਤੇ z2 ਇਹ ਤੁਸਾਂ ਨੇ ਕੋਆਰਡੀਨੇਟ ਦੇ ਬਣਾ ਦਿੱਤੇ ਆ। ਠੀਕ ਹੈ, ਹੁਣ ਇਹ ਜੇ ਸਿੰਗਲ ਪੁਆਇੰਟ ਦੀ ਗੱਲ ਕਰੀਏ ਇਹਦੇ ਡਿਗਰੀ ਆਫ ਫਰੀडम ਕਿੰਨੇ ਨੇ? ਸਾਡੇ 3 ਨੇ, ਹੈ ਨਾ। ਜੇ ਤਿੰਨੋਂ ਦੀ ਕੰਬੋ ਗੱਲ ਕਰੀਏ ਵੀ ਤਿੰਨਾਂ ਪੁਆਇੰਟਸ ਦੇ ਕੋਆਰਡੀਨੇਟ ਕਿੰਨੇ ਹੋਏ, ਸੌਰੀ ਡਿਗਰੀ ਆਫ ਫਰੀडम ਕਿੰਨੇ ਹੋਏ, ਉਹ ਹੋ ਗਏ ਆਪਣੇ 9। 3 + 3 + 3 3 + 3 + 3 = 9। 9 ਨੂੰ ਅਸੀਂ ਕਿੱਦਾਂ ਲਿਖ ਸਕਦੇ ਹਾਂ? 3 × 3। ਠੀਕ ਹੈ ਸਟੂਡੈਂਟਸ, ਇੱਦਾਂ ਹੀ ਅਸੀਂ ਚੱਲਦੇ ਜਾਵਾਂਗੇ। ਠੀਕ ਹੈ, ਅਸੀਂ n ਪਾਰਟੀਕਲਸ ਲਏ। ਫਿਰ ਕੀ ਹੋਇਆ ਸਟੂਡੈਂਟਸ? ਜਿਵੇਂ ਕਿ ਦੇਖੋ ਤੁਹਾਡੇ ਕੋਲ ਕੀ ਸੀ, ਇੱਥੇ ਸਾਡੇ ਕੋਲ 3 ਆਉਂਦਾ ਸੀ, ਹਮੇਸ਼ਾ 3 ਆਉਂਦਾ ਸੀ। ਠੀਕ ਹੈ, ਆਹ ਵਾਲਾ 3 ਅਸਾਂ ਨੇ ਇੱਦਾਂ ਹੀ ਲਗਾਇਆ, ਇਹ ਹਰੇਕ ਵਾਰ ਆਉਂਦਾ ਸੀ। ਇਹ ਕੀ ਡਿਨੋਟ ਕਰਦਾ? ਸਾਡੇ ਕੋਲ ਡਾਇਮੈਂਸ਼ਨ ਕਿੰਨੀਆਂ ਨੇ? ਡਾਇਮੈਂਸ਼ਨਸ ਅਸੀਂ ਕਿਹੜੀ ਸਪੇਸ 'ਚ ਗੱਲ ਕਰ ਰਹੇ ਹਾਂ? 2 ਡਾਇਮੈਂਸ਼ਨ ਸਪੇਸ ਦੇ ਵਿੱਚ ਗੱਲ ਕਰ ਰਹੇ ਹਾਂ ਜਾਂ 3 ਡਾਇਮੈਂਸ਼ਨ ਸਪੇਸ ਦੇ ਵਿੱਚ ਗੱਲ ਕਰ ਰਹੇ ਹਾਂ? ਇੱਥੇ ਦੇਖੋ ਡਾਇਮੈਂਸ਼ਨਸ ਕਿੰਨੀਆਂ ਨੇ? x y z 1 2 3। ਅਸੀਂ 3 ਡਾਇਮੈਂਸ਼ਨਲ ਸਪੇਸ ਦੇ ਵਿੱਚ ਗੱਲ ਕਰ ਰਹੇ ਹਾਂ, ਇਸੇ ਕਰਕੇ ਇਹ ਇੱਥੇ ਹਰੇਕ ਵਾਰ 3 ਆ ਰਿਹਾ ਸੀ। ਠੀਕ ਹੈ, ਜੋ ਸੈਕਿੰਡ ਵਾਲੀ ਡਿਜਿਟ ਆ ਰਹੀ ਸੀ ਉਹ ਕਾਹਦੀ ਆ ਰਹੀ ਸੀ? ਜਿੰਨੇ ਨੰਬਰ ਆਫ ਪਾਰਟੀਕਲਸ ਲੈ ਰਹੇ ਥੇ, ਨੰਬਰ ਆਫ ਪਾਰਟੀਕਲਸ ਲੈ ਰਹੇ थे। ठीक है, असा ने 1 पार्टिकल लिया तो 1 आ गया, 2 पार्टिकल ले तो 2 आ गया, 3 पार्टिकल ले 3 आ गया। हुण असी 3 डिमेंशन दे विच ही गल कर रहे हैं, बट पार्टिकल किन्ने लै रहे हैं? n पार्टिकल लै रहे हैं। ठीक है, n पार्टिकल लए तो साडे कोल डिग्री ऑफ फ्रीडम किन्ने बन गए? 3n। ਜਦੋਂ ਅਸੀਂ n ਪਾਰਟੀਕਲਸ ਨੂੰ 3 ਡਾਇਮੈਂਸ਼ਨਲ ਦੇ ਵਿੱਚ ਸਟੱਡੀ ਕਰਾਂਗੇ ਤਾਂ ਉਹਦੇ ਡਿਗਰੀ ਆਫ ਫਰੀडम ਕਿੰਨੇ ਹੋਣੇ ਆ? 3 ਹੋਣੇ ਆ। ਠੀਕ ਹੈ, ਹੁਣ ਅਸੀਂ ਤੁਹਾਨੂੰ ਡਿਗਰੀ ਆਫ ਫਰੀडम ਬਾਰੇ ਕੁਝ ਤਾਂ ਚਲੋ ਪਤਾ ਲੱਗ ਗਿਆ ਹੋਣਾ। ਹੁਣ ਅਸੀਂ ਡੈਫੀਨੇਸ਼ਨ ਵੱਲ ਵੱਧਦੇ ਹਾਂ। ਡੈਫੀਨੇਸ਼ਨ ਕੀ ਹੋਈ ਸਟੂਡੈਂਟਸ? ਡਿਗਰੀ ਆਫ ਫਰੀडम ਦੀ ਮਿਨੀਮਮ number of independent coordinates
required to specify the position of the particle is called degree of freedom ਜਿੰਨੇ ਸਾਨੂੰ ਮਿਨੀਮਮ ਨੰਬਰ ਆਫ ਕੋਆਰਡੀਨੇਟਸ ਦੀ ਲੋੜ ਆ ਕਿਸੇ ਪੁਆਇੰਟ ਦੀ ਪੋਜੀਸ਼ਨ ਨੂੰ ਡਿਸਕ੍ਰਾਈਬ ਕਰਨ ਲਈ, ਉਹਦੇ ਮੋਸ਼ਨ ਨੂੰ ਡਿਸਕ੍ਰਾਈਬ ਕਰਨ ਦੇ ਲਈ ਅਸੀਂ ਉਹਨੂੰ ਡਿਗਰੀ ਆਫ ਫਰੀडम ਆਖਾਂਗੇ। ਠੀਕ ਹੈ ਸਟੂਡੈਂਟਸ, ਹੁਣ ਅਸੀਂ ਗੱਲ ਕਰਦੇ ਹਾਂ ਡਿਗਰੀ ਆਫ ਫਰੀडम ਦੇ ਨਾਲ ਹੀ ਕੰਸਟ੍ਰੇਂਟ ਦੀ। ਕੰਸਟ੍ਰੇਂਟਸ ਕੰਸਟ੍ਰੇਂਟਸ ਸਟੂਡੈਂਟਸ ਅਸੀਂ ਇੱਕ ਰੀਅਲ ਲਾਈਫ ਐਗਜ਼ਾਮਪਲ ਤੋਂ ਸਮਝਦੇ ਹਾਂ। ਠੀਕ ਹੈ, ਦੇਖੋ ਇੱਕ ਤੁਹਾਡੇ ਕੋਲ ਚਿੜੀ ਹੈ, ਠੀਕ ਹੈ, ਮੰਨ ਲਓ ਕੋਈ ਪੰਛੀ ਹੈ, ਕੋਈ ਵੀ ਪੰਛੀ ਮੰਨ ਲਓ, ਹੈ ਨਾ। ਅਸੀਂ ਉਸ ਨੂੰ ਸਪੇਸ ਦੇ ਵਿੱਚ ਛੱਡਿਆ ਹੋਇਆ ਅਤੇ ਉਹਦੇ 'ਤੇ ਹੁਣ ਉਹ ਚਿੜੀ ਆਪਣਾ ਜੋ ਵੀ ਪੰਛੀ ਆ ਉਹ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ, ਕਿਸੇ ਵੀ ਜਿਸ ਡਾਇਰੈਕਸ਼ਨ ਦੇ ਵਿੱਚ ਉਹਦਾ ਮਨ ਚਾਹੇ ਉਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਸਕਦਾ, ਅਤੇ ਜਿੱਥੇ ਤੱਕ ਉਹਦਾ ਮਨ ਚਾਹੇ ਤਾਂ ਉੱਥੇ ਤੱਕ ਉਹ ਪੰਛੀ ਜਾ ਸਕਦਾ। ਸੈਕਿੰਡ ਕੰਡੀਸ਼ਨ ਦੇ ਵਿੱਚ ਕੀ ਹੁੰਦਾ, ਇੱਥੇ ਤਾਂ ਫਸਟ ਕੰਡੀਸ਼ਨ ਕੀ ਹੋਊਗੀ ਸਾਡੀ, ਓਪਨ ਦੇ ਵਿੱਚ ਆ, ਉਹ ਜੋ ਪੰਛੀ ਹੈ ਸਾਡਾ ਓਪਨ ਦੇ ਵਿੱਚ ਆ। ਠੀਕ ਹੈ, ਸੈਕਿੰਡ ਕੰਡੀਸ਼ਨ ਕੀ ਹੋਈ ਸਾਡੀ, ਸੈਕਿੰਡ ਕੰਡੀਸ਼ਨ ਸਟੂਡੈਂਟਸ ਇਹ ਹੋਈ ਵੀ ਆਹ ਸਾਡੇ ਕੋਲ ਕੋਈ ਰੂਮ ਆ ਸਾਡਾ, ਠੀਕ ਹੈ, ਇਹਦੇ ਵਿੱਚ ਅਸੀਂ ਉਹ ਪੰਛੀ ਤਾੜ ਦਿੱਤਾ ਜਾਂ ਕੈਦ ਕਰ ਦਿੱਤਾ। ਠੀਕ ਹੈ, ਇੱਥੇ ਉਹ ਪੰਛੀ ਬਿਠਾ ਦਿੱਤਾ। ਫਿਰ ਸਟੂਡੈਂਟਸ ਦੇਖੋ, ਜਿਹੜਾ ਆਹ ਓਪਨ ਦੇ ਵਿੱਚ ਪੰਛੀ ਫਿਰਦਾ ਅਤੇ ਇੱਕ ਆਪਣਾ ਰੂਮ ਦੇ ਵਿੱਚ ਬੰਦ ਪੰਛੀ ਫਿਰਦਾ। ਠੀਕ ਹੈ, ਇਹਦੇ ਮੋਸ਼ਨ ਅਤੇ ਇਹਦੇ ਮੋਸ਼ਨ ਦੇ ਵਿੱਚ ਕੀ ਫਰਕ ਹੋਊਗਾ, ਇਹਦੇ ਮੋਸ਼ਨ 'ਚ ਕੀ ਫਰਕ ਆ, ਇਹ ਤਾਂ ਓਪਨਲੀ ਜਿੱਧਰ ਨੂੰ ਉਹਦਾ ਮਨ ਚਾਹੇ ਉੱਧਰ ਨੂੰ ਜਾ ਸਕਦਾ ਅਤੇ ਜਿੰਨਾ ਚਾਹੇ ਉਨੀ ਦੂਰ ਤੱਕ ਜਾ ਸਕਦਾ। ਬਟ ਸੈਕਿੰਡ ਕੰਡੀਸ਼ਨ ਦੇ ਵਿੱਚ ਕੀ ਆ ਸਟੂਡੈਂਟਸ, ਸਾਡਾ ਜੋ ਪੰਛੀ ਆ ਉਹ ਇੱਕ ਲਿਮਿਟ ਦੂਰੀ ਤੱਕ ਹੀ, ਲਿਮਿਟ ਡਿਸਟੈਂਸ ਤੱਕ ਹੀ ਜਾ ਸਕਦਾ, ਜਿੰਨੀ ਆਪਣੇ ਕਮਰੇ ਦੀ ਲੰਬਾਈ ਚੌੜਾਈ ਆ ਜਾਂ ਉਚਾਈ ਆ, ਹੈ ਨਾ, ਉਹਦੇ ਅਕੋਰਡਿੰਗ ਹੀ ਮੂਵ ਕਰ ਸਕਦਾ, ਬਟ ਉਸ ਤੋਂ ਇਲਾਵਾ ਨਹੀਂ ਮੂਵ ਕਰ ਸਕਦਾ। ਠੀਕ ਹੈ, ਹੁਣ ਦੇਖੋ ਇਹਦਾ ਮੋਸ਼ਨ 'ਤੇ ਕੀ ਲੱਗ ਗਈਆਂ ਸਾਡੇ, ਇਹ ਪੰਛੀ ਦੇ ਮੋਸ਼ਨ 'ਤੇ ਕੀ ਲੱਗ ਗਈਆਂ, ਰੀਸਟ੍ਰਿਕਸ਼ਨਸ ਲੱਗ ਗਈਆਂ, ਰੀਸਟ੍ਰਿਕਸ਼ਨਸ। ਠੀਕ ਹੈ, ਇਹਦੇ ਮੋਸ਼ਨ 'ਤੇ ਰੀਸਟ੍ਰਿਕਸ਼ਨਸ ਲੱਗ ਗਈਆਂ। ਠੀਕ ਹੈ, ਕਿਸੇ ਵੀ ਪੰਛੀ ਦੇ, ਠੀਕ ਹੈ, ਕਿਸੇ ਵੀ ਪੰਛੀ ਦੇ, ਜਾਂ ਅਸੀਂ ਪਾਰਟੀਕਲ ਯੂਜ਼ ਕਰਾਂਗੇ, ਬਟ ਇਹ ਤੁਹਾਨੂੰ ਰੀਅਲ ਲਾਈਫ ਐਗਜ਼ਾਮਪਲ ਦੇ ਵਿੱਚ ਪੰਛੀ ਯੂਜ਼ ਕਰਿਆ, ਬਟ ਅਸੀਂ ਜਦੋਂ ਸਟੱਡੀ ਕਰਾਂਗੇ ਰਿਜਿਡ ਬੋਡੀ ਦੇ ਵਿੱਚ, ਜੋ ਡਾਇਨਾਮਿਕਸ ਰਿਜਿਡ ਬੋਡੀ ਦਾ, ਉਹਦੇ ਵਿੱਚ ਪਾਰਟੀਕਲ ਮੰਨ ਕੇ ਚੱਲਦੇ ਹੁੰਦੇ ਆ। ਇੱਥੇ ਇਸ ਕਰਕੇ ਮੈਂ ਪਾਰਟੀਕਲ ਕਹਾਂਗਾ ਵੀ ਕਿਸੇ ਵੀ ਪੰਛੀ ਜਾਂ ਪਾਰਟੀਕਲ ਦੇ ਮੋਸ਼ਨ 'ਤੇ ਜਦੋਂ ਰੀਸਟ੍ਰਿਕਸ਼ਨਸ ਲੱਗ ਜਾਂਦੀਆਂ ਨੇ, ਜੋ ਰੀਸਟ੍ਰਿਕਸ਼ਨਸ ਲੱਗ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਕੰਸਟ੍ਰੇਂਟਸ। ਠੀਕ ਹੈ, ਇਹ ਸਾਡੀ ਹੋ ਗਈਆਂ ਕੰਸਟ੍ਰੇਂਟਸ। ਹੁਣ ਵਰਡਿੰਗ ਦੇ ਵਿੱਚ ਕਿੱਦਾਂ ਲਿਖਾਂਗੇ, ਵਰਡਿੰਗ ਦੇਖੋ ਕਿੱਦਾਂ ਲਿਖਾਂਗੇ ਅਸੀਂ, ਵਰਡਿੰਗ ਲਿਖਦੇ ਹਾਂ ਦੀ restrictions applied to the motion of ਪਾਰਟੀਕਲ ਦੇ ਮੋਸ਼ਨ 'ਤੇ ਜੋ ਰੀਸਟ੍ਰਿਕਸ਼ਨਸ ਅਪਲਾਈ ਕਰੀਆਂ ਗਈਆਂ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਕੀ ਕਹਾਂਗੇ, ਰੀਸਟ੍ਰਿਕਸ਼ਨਸ ਆਰ ਕਾਲਡ, ਆਰ ਨੋਨ ਐਜ਼ ਕੰਸਟ੍ਰੇਂਟਸ। ਠੀਕ ਹੈ, ਇਹ ਹੋ ਗਈਆਂ ਸਾਡੀਆਂ ਕੰਸਟ੍ਰੇਂਟਸ। ਹੁਣ ਗੱਲ ਕਰਦੇ ਹਾਂ ਅਸੀਂ ਕੰਸਟ੍ਰੇਂਟਸ ਸਾਡੇ ਬੋਡੀ ਦੇ ਮੋਸ਼ਨ 'ਤੇ ਕੀ ਪ੍ਰਭਾਵ ਪਾਉਂਦੀਆਂ ਨੇ, ਅਤੇ ਉਹਦਾ ਮੋਸ਼ਨ ਕਿੱਦਾਂ ਦਾ ਹੋ ਜਾਂਦਾ, ਅਤੇ ਉਹ ਡਿਗਰੀ ਆਫ ਫਰੀडम ਦੇ ਨਾਲ ਕਿੱਦਾਂ ਰਿਲੇਟਡ ਨੇ। ਠੀਕ ਹੈ ਸਟੂਡੈਂਟਸ, ਦੇਖੋ ਸਟੂਡੈਂਟਸ ਅਸੀਂ ਹੁਣ ਇਫੈਕਟ ਆਫ ਕੰਸਟ੍ਰੇਂਟਸ ਦੀ ਗੱਲ ਕਰਦੇ ਹਾਂ। ਠੀਕ ਹੈ, ਹੁਣ ਵੇਖੋ ਸਾਡੇ ਕੋਲ ਆਹ ਵਾਲਾ ਪਾਰਟੀਕਲ ਆ ਸਾਡੇ ਕੋਲ 3 ਡਾਇਮੈਂਸ਼ਨਲ ਸਪੇਸ ਆ। ਠੀਕ ਹੈ, ਅਤੇ ਜਿੱਦਾਂ ਅਸੀਂ ਇੱਥੇ ਉਹ ਵਾਲਾ ਕਰਿਆ ਸੀ 3x1 3x2 3x3 ਅਪ ਟੂ 3n ਕਰਿਆ ਸੀ, ਹੈ ਨਾ, ਉੱਦਾਂ ਦੇ 2D ਦੇ ਵਿੱਚ ਗੱਲ ਕਰਾਂਗੇ ਸਟੂਡੈਂਟਸ, ਫਿਰ ਕੀ ਹੋਣਾ ਸਾਡੇ ਕੋਲ 2x1 2x2 2x3, ਮਤਲਬ ਕਿ ਆਪਣੀ ਡਿਗਰੀ ਆਫ ਫਰੀडम 2 ਆ ਜਾਣਗੀਆਂ ਅਤੇ 6 ਆ ਜਾਣਗੀਆਂ, ਅਤੇ ਇੱਦਾਂ ਹੀ 4 ਆ ਜਾਣਗੀਆਂ, ਅਤੇ ਆਹ ਵੇਖਦੇ ਹਾਂ ਆਪਾਂ 2x1 2x2 2x3। ਠੀਕ ਹੈ, ਇੱਦਾਂ 2 4 ਅਤੇ 6, ਇਹ 2D ਦੇ ਵਿੱਚ ਗੱਲ ਕਰਦੇ ਹਾਂ। ਤੁਹਾਨੂੰ ਮੈਂ ਦੱਸਣਾ ਭੁੱਲ ਗਿਆ ਸੀ ਉਸ ਵੇਲੇ। ਜੇ 1D ਦੇ ਵਿੱਚ ਗੱਲ ਕਰਦੇ ਹਾਂ ਸਟੂਡੈਂਟਸ, 1x2 1x3, ਇੱਦਾਂ ਹੀ ਅਪ ਟੂ n ਪਾਰਟੀਕਲਸ ਤੱਕ, 1 2 3, ਜਿੰਨੇ ਪਾਰਟੀਕਲਸ ਵਧੀ ਜਾਣੇ ਆਪਣੇ ਉਨੀਆਂ ਹੀ ਆਪਣੀਆਂ ਡਿਗਰੀ ਆਫ ਫਰੀडम्स ਹੋਈ ਜਾਣੀਆਂ ਨੇ। ਸਟੂਡੈਂਟਸ ਦੇਖੋ ਹੁਣ ਸਾਡੇ ਕੋਲ ਕੀ ਹੈ, ਸਾਡੇ ਕੋਲ ਆ ਪਾਰਟੀਕਲ ਆ, ਇੱਕ ਆਹ ਵਾਲਾ ਪਾਰਟੀਕਲ ਆ, ਲਓ ਜੀ ਆਹ ਵਾਲਾ ਪਾਰਟੀਕਲ P ਇੱਥੇ ਪਿਆ। ਠੀਕ ਹੈ, ਅਸੀਂ ਇਹਨੂੰ ਕਹਿ ਦਿੱਤਾ ਵੀ ਮੂਵ, ਜਾਂ
पंछी मान लो, ठीक है, पंछी मान लो इनू, अहीं इनू छड्ड दिता तो की होएगा स्टूडेंट्स, ये जिधर नूं मन चाहे अपना उड़ जाना है ना, जिधर नूं इहदा मन चाहे उस साइड बन्नी नूं इहने टर्न हो जाना, चाहे तो वो एक्स बन्नी नूं मतलब कि तुहाडे बन्नी नूं आ जाए, चाहे वाई बन्नी नूं मतलब राइट बन्नी नूं चला जाए, चाहे ये अपर नूं है ना, ठीक है, या जैड डायरैक्शन अलाउंग जैड डायरैक्शन मूव कर जाए। हुण देखो स्टूडेंट्स, ये की होया, जो साडा पंछी है वो किसी भी डायरैक्शन दे विच मूव कर सकदा। मैक्सिमम कितनियां डायरैक्शनस ने, 3 डायरैक्शनस ने, ठीक है, एक्स एक्सिस, वाई एक्सिस, जैड एक्सिस। मान लो किस जे पंछी पहला इत्थे आ फिर इत्थे चला गया, कितनियां काहदे विच चेंज आई, एक्स दे विच चेंज आई, वाई दे विच चेंज आई, जैड दे विच चेंज आई, 3 दे विच ही चेंज आई। साडी डिग्री ऑफ फ्रीडम कितनी है स्टूडेंट्स, इत्थे डिग्री ऑफ फ्रीडम कितनी है साडी, 3 आ, ठीक है। हुण वेखो मैं तुहानूं कह दिता भी असां ने जिहड़ा मोशन है पंछी का वो हमेशा एक्स वाई प्लेन दे विच ही रहूगा, एक्स वाई प्लेन दे विच ही रहूगा, भी सर्कल दे विच मूव करे हो पंछी, ठीक है। पंछी हुण तुहां किदां इमेजिन करना स्टूडेंट्स, जो आ वाली एक्सिस तुहाडे बन्ने नूं आ रही है तो आ वाली वाई एक्सिस राइट बन्ने नूं जा रही है ना, जिहड़ा वाला सर्कल ड्रा करिया होया ये इत्थों इदां ड्रा करिया होया, मतलब ये प्लेन दे विच ड्रा करिया होया, ठीक है। हुण असीं की करदे हां, असीं पंछी नूं छड्ड दिंदे हां, असीं पंछी नूं अलाउ कर दिंदे हां भी तैने सर्कल दे विच ही मूव करना, या पार्टिकल नूं कहने आ भी सर्कल दे विच ही मूव करना, ना तो सर्कल तो अंदर जा सकदा, ना ये सर्कल तो बाहर आ सकदा, ठीक है। सर्कल की हुंदा, एक लाइन हुंदी है ना ये सर्कल तो उपर नूं जा सकदा, हमेशा एक पॉइंट ते ही रहूगा ते इदां मूव करूगा सर्कल दे पैरीमीटर दे उपर, ठीक है। देखो स्टूडेंट्स, हुण देखो ये कंडीशन दे विच की हो रहा, ये कंडीशन च की इदां मान लो पॉइंट पंछी साडा या पॉइंट आ गया, ठीक है, इत्थे आ पार्टिकल, इत्थे आ, इत्थे कोई की वैल्यू होनी है, एक्स की वैल्यू होनी है, कोई वाई की वैल्यू होनी है, तो एक अपनी जैड की वैल्यू होनी है, वो कितनी है साडी 0 आ स्टूडेंट्स। जदों असीं एक्स वाई प्लेन तो या उपर या नीचे मूव नहीं करे तो एक्स वाई प्लेन दे विच जैड की वैल्यू हमेशा 0 होंदी है, ठीक है। हुण ये जो पंछी आ या पार्टिकल आ साडा इत्थे चला गया थोड़े टाइम बाद, फिर की होया x1 इहदी दूरी है, y1 ये कोऑर्डिनेट आ, z की वैल्यू कितनी है साडी 0 आ स्टूडेंट्स, ठीक है। हुण फिर ये अगे चला गया, अगे ये इत्थे आ गया स्टूडेंट्स, देखो इहदी वैल्यू इत्थे कोऑर्डिनेट वेखदे हां असीं, x की वैल्यू 1, x की वैल्यू 2 है, तो y की वैल्यू 2, y2 तो z की वैल्यू 0 आ, क्योंकि असां ने कंडीशन लगी हुई है इत्थे भी सर्कल दे विच ही मूव करना, जो सर्कल साडा एक्स वाई प्लेन दे विच पिया, एक्स वाई प्लेन दे विच z की वैल्यू साडी 0 हुंदी है, ठीक है। हुण जिथे भी असीं कोऑर्डिनेट वेखांगे स्टूडेंट्स तां साडे एक्स वाई की वैल्यू तो वेरी करी जानी आ, एक्स वाई की वैल्यू वेरी करी जानी आ, बट साडे जैड की वैल्यू कितनी है, वो हमेशा कॉन्सटेंट रहिंदी है, ठीक है। मतलब कि साडे पार्टिकल या पंछी के मोशन के विच जैड की वैल्यू कोई भी रोल अदा नहीं करती, उन्होंने लोकेट करने दे विच इदां नहीं मतलब कि हैल्प करती हैगी, क्योंकि आपां ने कंडीशन ही लगा दी है भी साडा जो पंछी या पार्टिकल हमेशा सर्कल के पैरीमीटर के उपर ही मूव करूगा, ठीक है। हुण स्टूडेंट्स इत्थे किन्ने कोऑर्डिनेट्स की सानूं लोड़ पै रही है, देखो इत्थे सानूं किन्ने कोऑर्डिनेट्स की लोड़ पई है, 1 2 कोऑर्डिनेट्स की, सैकेंड टाइम 2 कोऑर्डिनेट्स की, थर्ड टाइम 2 कोऑर्डिनेट्स, जिन्ने भी जिथे भी असीं जावांगे हमेशा सानूं 2 कोऑर्डिनेट्स की ही लोड़ पई आ। फिर की होया स्टूडेंट्स, डिग्री ऑफ फ्रीडम चैक करते हैं असीं, डिग्री ऑफ फ्रीडम कितनी हुई, डिग्री ऑफ फ्रीडम कितनी हुई स्टूडेंट्स, इत्थे किन्ने इंडिपेंडेंट वेरीएबल्स की लोड़ आ, सानूं 2 इंडिपेंडेंट वेरीएबल्स की लोड़ आ, तां साडी डिग्री ऑफ फ्रीडम 2 आ गई, ठीक है। हुण देखो स्टूडेंट्स, असीं एक होर एग्जाम्पल लैंदे आ, मान लो तुहानूं कह दिता मान लो तुहानूं कह दिता भी जो साडा पॉइंट आ वो हमेशा अलोंग एक्स एक्सिस दे मूव करूगा इत्थों, ठीक है, वो हमेशा एक्स एक्सिस दे अलोंग मूव करूगा, ना तो वो उपर नूं जा सकता मतलब कि अलोंग जैड डायरैक्शन, ना ही तुहाडे बन्ने नूं आ सकता मतलब कि अलोंग वाई डायरैक्शन, हमेशा वो वाई एक्सिस दे उपर ही मूव करूगा। की होया साडी कंस्ट्रेंट्स लग गईयां, कंस्ट्रेंट्स की है स्टूडेंट इत्थे, जो पहला लगी थी कि कंस्ट्रेंट लगी थी, ठीक है। हुण दूजी कंस्ट्रेंट की आ, दूजी कंस्ट्रेंट ये है स्टूडेंट्स, देखो असीं जो दूसरे केस दे विच पढ़ रहे हैं वो की है भी वाई हमेशा एक्स हमेशा इक्वल टू 0 रहिंदा, एक कंस्ट्रेंट। सैकेंड टाइम कंस्ट्रेंट की आ, जैड इक्वल टू 0 रहिंदा। साडे कोल 2 कंस्ट्रेंट्स लग गईयां, ठीक है। हुण देखो
3D ਦੇ ਵਿੱਚ ਗੱਲ ਕਰ ਰਹੇ ਹਾਂ ਸਟੂਡੈਂਟਸ, ਠੀਕ ਹੈ। ਹੁਣ ਮੋਸ਼ਨ ਕਿੱਧਰ ਨੂੰ ਹੋ ਸਕਦਾ ਸਾਡੇ ਪਾਰਟੀਕਲ ਦਾ ਮੋਸ਼ਨ, ਅਸਾਂ ਨੇ ਕੰਸਟੈਂਟ ਲਗਾ ਦਿੱਤੀਆਂ ਵੀ x ਵੀ 0 z ਵੀ 0, ਤਾਂ ਸਾਡਾ ਪਾਰਟੀਕਲ ਇਹ y ਦੇ ਅਲੋਂਗ ਹੀ ਮੂਵ ਕਰ ਸਕਦਾ, ਠੀਕ ਹੈ। ਤੇ ਸਾਡੀ ਡਿਗਰੀ ਆਫ ਫਰੀडम ਕਿੰਨੀ ਹੋਈ ਸਟੂਡੈਂਟਸ, ਇੱਥੇ ਫਸਟ ਕੇਸ ਸੀ, ਇਹ ਸਾਡਾ ਸੈਕਿੰਡ ਵਾਲਾ ਕੇਸ ਆ, ਤਾਂ ਡਿਗਰੀ ਆਫ ਫਰੀडम ਕਿੰਨੀ ਹੋਈ ਸਾਡੀ 1, ਕਿਉਂਕਿ ਉਹਦੀ ਪੋਜੀਸ਼ਨ ਨੂੰ ਲੋਕੇਟ ਕਰਨ ਵਾਸਤੇ ਸਾਨੂੰ ਕਿੰਨੇ ਕੋਆਰਡੀਨੇਟਸ ਦੀ ਲੋੜ ਪੈ ਰਹੀ ਆ, 1 ਕੋਆਰਡੀਨੇਟ ਦੀ ਲੋੜ ਪੈ ਰਹੀ ਆ, ਠੀਕ ਹੈ। ਹੁਣ ਦੇਖੋ ਸਟੂਡੈਂਟਸ ਕੰਸਟ੍ਰੇਂਟ ਕਿੱਦਾਂ ਕੰਮ ਕਰਦੀਆਂ ਨੇ। ਜਦੋਂ ਸਾਨੇ ਕੰਸਟ੍ਰੇਂਟ ਕੋਈ ਵੀ ਅਪਲਾਈ ਨਹੀਂ ਕਰੀ ਹੋਈ ਸੀ, ਸਾਡਾ 3D ਦੇ ਵਿੱਚ ਪਾਰਟੀਕਲ ਮੂਵ ਕਰ ਰਿਹਾ ਸੀ, ਠੀਕ ਹੈ, ਉਦੋਂ ਸਾਡੀ ਡਿਗਰੀ ਆਫ ਫਰੀडम ਕਿੰਨੇ ਸੀ, 3 ਡਿਗਰੀ ਆਫ ਫਰੀडम ਸੀ, ਠੀਕ ਹੈ। ਜਦੋਂ ਅਸਾਂ ਨੇ ਇੱਕ ਕੰਸਟ੍ਰੇਂਟ ਅਪਲਾਈ ਕਰ ਦਿੱਤੀ ਵੀ ਜੋ ਆਪਣਾ ਮੋਸ਼ਨ ਹੈ ਨਾ ਉਹਦਾ ਆਪਣੇ ਪਾਰਟੀਕਲ ਦਾ ਉਹ ਹਮੇਸ਼ਾ XY ਪਲੇਨ ਦੇ ਵਿੱਚ ਰਹੇਗਾ ਤੇ ਉਹ ਸਰਕਲ ਦੀ ਬਾਉਂਡਰੀ ਦੇ ਉੱਪਰ ਹੀ ਮੂਵ ਕਰੇਗਾ, ਸਾਡੀ ਇਹ ਇੱਕ ਕੰਸਟੈਂਟ ਲੱਗ ਗਈ ਤੀ, ਤਾਂ ਸਾਡੀ ਡਿਗਰੀ ਆਫ ਫਰੀडम ਕਿੰਨੀ ਰਹਿ ਗਈ ਸਟੂਡੈਂਟਸ, 2 ਰਹਿ ਗਈ। ਇਹਨੂੰ 2 ਨੂੰ ਕਿੱਦਾਂ ਲਿਖ ਸਕਦੇ ਹਾਂ ਸਟੂਡੈਂਟਸ ਅਸੀਂ, ਇਟ ਇਜ਼ ਇਕੁਅਲ ਟੂ 3 - 1, ਠੀਕ ਹੈ। ਹੁਣ ਦੇਖੋ ਸਟੂਡੈਂਟਸ ਫਿਰ ਉਸ ਤੋਂ ਬਾਅਦ ਅਸਾਂ ਨੇ 2 ਕੰਸਟੈਂਟਸ ਅਪਲਾਈ ਕਰ ਦਿੱਤੀਆਂ ਵੀ x ਵੀ 0 ਰਹਿੰਦਾ ਹਮੇਸ਼ਾ ਤੇ y ਵੀ 0 ਰਹਿੰਦਾ, 2 ਕੰਸਟੈਂਟਸ ਅਪਲਾਈ ਕਰ ਦਿੱਤੀਆਂ, ਤਾਂ ਸਾਡਾ ਪਾਰਟੀਕਲ ਆ ਜੋ ਇੱਕੋ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਸਕਦਾ ਸੀ, ਜਾਂ ਲੈਫਟ ਨੂੰ ਜਾਂ ਰਾਈਟ ਨੂੰ, ਠੀਕ ਹੈ। ਤਾਂ ਉਹ ਕਿੰਨੇ ਇੰਡੀਪੈਂਡੈਂਟ ਕੋਆਰਡੀਨੇਟਸ ਦੀ ਲੋੜ ਪਈ ਸਾਨੂੰ ਆਪਣੇ ਉਹਦੇ ਮੋਸ਼ਨ ਨੂੰ ਡਿਸਕ੍ਰਾਈਬ ਕਰਨ ਦੇ ਲਈ, ਉਹ 1 ਇੰਡੀਪੈਂਡੈਂਟ ਕੋਆਰਡੀਨੇਟ। ਇਹਨੂੰ ਅਸੀਂ ਕਿੱਦਾਂ ਲਿਖ ਸਕਦੇ ਹਾਂ ਸਟੂਡੈਂਟਸ, ਇਹਨੂੰ 3 - 2, ਠੀਕ ਹੈ, ਇੱਦਾਂ ਲਿਖ ਸਕਦੇ ਹਾਂ। ਹੁਣ ਦੇਖੋ ਸਟੂਡੈਂਟਸ ਤੁਹਾਡੇ ਸਾਹਮਣੇ ਪਿਕਚਰ ਕਲੀਅਰ ਹੋ ਚੁੱਕੀ ਆ। ਦੇਖੋ ਇੱਥੇ ਸਾਡੇ ਕੋਲ 0 ਕੰਸਟੈਂਟ ਦੀ -0, ਠੀਕ ਹੈ, 3 ਆ ਗਈਆਂ। ਉਸ ਤੋਂ ਬਾਅਦ ਅਸੀਂ ਇੱਕ ਕੰਸਟੈਂਟ ਅਪਲਾਈ ਕਰੀ, ਉਸ ਤੋਂ ਬਾਅਦ 2 ਕੰਸਟੈਂਟ ਅਪਲਾਈਆਂ ਕਰੀਆਂ। ਜਿੱਦਾਂ ਜਿੱਦਾਂ ਅਸੀਂ ਕੰਸਟੈਂਟਸ ਅਪਲਾਈ ਕਰੀ ਜਾਂਦੇ ਹਾਂ ਤਾਂ ਸਾਡਾ ਜੋ ਡਿਗਰੀ ਆਫ ਫਰੀडम ਆ ਡਿਕਰੀਜ਼ ਹੁੰਦੀ ਜਾਂਦੀ ਆ, ਠੀਕ ਹੈ। ਹੁਣ ਦੇਖੋ ਅਸੀਂ ਇਹਨਾਂ ਨੂੰ ਹੋਰ ਸਿੰਪਲੀਫਾਈ ਕਰ ਸਕਦੇ ਹਾਂ, ਇੱਦਾਂ ਲਿਖ ਸਕਦੇ ਹਾਂ, ਇਹ 3 ਡਾਇਮੈਂਸ਼ਨਲ ਪਾਰਟੀਕਲ ਹੈ ਤੇ 1 ਪਾਰਟੀਕਲ ਆ ਸਾਡੇ ਕੋਲ, -0 ਕੰਸਟੈਂਟ ਆ, ਠੀਕ ਹੈ। 3 ਡਾਇਮੈਂਸ਼ਨਲ ਸਪੇਸ ਆ ਸਾਡੇ ਕੋਲ, ਉਸ ਤੋਂ ਬਾਅਦ ਕਿੰਨੇ ਪਾਰਟੀਕਲ ਨੇ ਸਾਡੇ ਕੋਲ, 1 ਪਾਰਟੀਕਲ ਆ, ਕੰਸਟੈਂਟ ਕਿੰਨੀ ਆ, 1 ਆ ਸਾਡੇ ਕੋਲ, ਠੀਕ ਹੈ। ਉਸ ਤੋਂ ਬਾਅਦ 3 ਡਾਇਮੈਂਸ਼ਨਲ ਸਪੇਸ ਆ ਸਾਡੇ ਕੋਲ, ਪਾਰਟੀਕਲ ਕਿੰਨੇ ਆ, 1 ਆ, -2 ਕੰਸਟੈਂਟਸ ਨੇ, ਠੀਕ ਹੈ ਸਟੂਡੈਂਟਸ। ਇਹ ਸਾਡੇ ਕੋਲ ਇੱਕ ਪਾਰਟੀਕੂਲਰ ਕੇਸ ਡਿਸਕਸ ਕਰੇ ਨੇ। ਹੁਣ ਅਸੀਂ ਕੀ ਕਰਦੇ ਹਾਂ ਸਟੂਡੈਂਟਸ, ਇੱਥੇ ਪਾਰਟੀਕਲ ਅਸੀਂ ਲੈਂਦੇ ਹਾਂ n, ਠੀਕ ਹੈ। ਕੰਸਟ੍ਰੇਂਟ ਨੂੰ ਅਸੀਂ ਕਾਹਦੇ ਨਾਲ ਡਿਨੋਟ ਕਰਦੇ ਹੁੰਦੇ ਹਾਂ, k ਨਾਲ, ਠੀਕ ਹੈ। ਪਾਰਟੀਕਲ ਲੈਂਦੇ ਹਾਂ ਅਸੀਂ n, ਇੱਥੇ ਸਾਰਾ ਜਿਹੜਾ ਆਹ ਕੇਸ ਦੇ ਵਿੱਚ ਲਿਆ ਹੋਇਆ ਸੀ ਸਾਨੇ 1 ਪਾਰਟੀਕਲ ਲਿਆ ਸੀ, ਠੀਕ ਹੈ। ਕੰਸਟ੍ਰੇਂਟ ਨੂੰ ਅਸੀਂ k ਨਾਲ ਡਿਨੋਟ ਕਰਦੇ ਹਾਂ। ਕੰਸਟ੍ਰੇਂਟ ਦੇਖੋ ਸਟੂਡੈਂਟਸ, ਇੱਥੇ 0 ਕੰਸਟ੍ਰੇਂਟ ਦੀ 0 ਮਾਈਨਸ ਹੋ ਰਹੀ ਹੈ, 1 ਕੰਸਟ੍ਰੇਂਟ ਦੀ 1 ਮਾਈਨਸ ਹੋ ਰਿਹਾ, 2 ਕੰਸਟ੍ਰੇਂਟਸ ਦੀਆਂ ਤਾਂ 2 ਮਾਈਨਸ ਹੋ ਰਿਹਾ, ਠੀਕ ਹੈ। ਹੁਣ ਸਾਡੇ ਕੋਲ ਰਿਲੇਸ਼ਨ ਕੀ ਆਊਗਾ ਸਟੂਡੈਂਟਸ, ਇਹਦੀ ਮੁੱਕ ਦੀ ਗੱਲ ਇਹ ਆ, ਦੇਖੋ 3 ਡਾਇਮੈਂਸ਼ਨਲ ਦੇ ਵਿੱਚ ਗੱਲ ਕਰ ਰਹੇ ਹਾਂ, ਪਾਰਟੀਕਲ ਕਿੰਨੇ ਲੈ ਰਹੇ ਹਾਂ, n ਪਾਰਟੀਕਲ, ਉਹੀ 1 1 1 ਦੀ ਜਿੱਥੇ ਨਾ ਇੱਥੇ n ਆ ਗਿਆ, ਮਾਈਨਸ ਕੀ ਆਊਗਾ ਸਟੂਡੈਂਟਸ, ਇੱਥੇ ਕੰਸਟ੍ਰੇਂਟਸ ਮਾਈਨਸ ਹੋ ਰਹੀਆਂ ਨੇ, 0 ਕੰਸਟ੍ਰੇਂਟ ਦੀ 0 ਮਾਈਨਸ ਹੋ ਰਹੀ ਹੈ, 1 ਕੰਸਟ੍ਰੇਂਟ ਦੀ 1, 2 ਕੰਸਟ੍ਰੇਂਟਸ ਦੀਆਂ 2 ਮਾਈਨਸ ਹੋ ਰਿਹਾ, ਤਾਂ ਕੰਸਟ੍ਰੇਂਟਸ ਨੂੰ ਸਾਨੂੰ ਕਿੱਦਾਂ ਲਿਖਿਆ, k ਨਾਲ, k, ਠੀਕ ਹੈ। ਇਹ ਸਾਡੇ ਕੋਲ ਕੀ ਆ ਗਿਆ, ਡਿਗਰੀ ਆਫ ਫਰੀडम ਆ ਗਈਆਂ, ਇਟ ਇਜ਼ ਇਕੁਅਲ ਟੂ ਡਿਗਰੀ ਆਫ ਫਰੀडम। ਇੱਥੋਂ ਸਟੂਡੈਂਟਸ ਤੁਹਾਨੂੰ ਦੇਖਣ ਨੂੰ ਰਿਜ਼ਲਟ ਕੀ ਨਿਕਲ ਰਿਹਾ ਵੀ ਜਿੱਦਾਂ ਜਿੱਦਾਂ ਅਸੀਂ ਕੰਸਟ੍ਰੇਂਟਸ ਸਿਸਟਮ 'ਤੇ ਅਪਲਾਈ ਕਰੀ ਜਾਂਦੇ ਹਾਂ ਤਾਂ ਸਾਡੀਆਂ ਆਪਣੀਆਂ ਡਿਗਰੀ ਆਫ ਫਰੀडम ਡਿਕਰੀਜ਼ ਹੁੰਦੀਆਂ ਜਾਂਦੀਆਂ ਨੇ, ਠੀਕ ਹੈ। ਹੁਣ ਦੇਖਦੇ ਹਾਂ ਸਟੂਡੈਂਟਸ, ਤੁਹਾਨੇ ਲੋਅਰ ਲੈਵਲ ਤੱਕ ਮਤਲਬ ਕਿ +1 ਲੈਵਲ ਤੱਕ ਤਾਂ ਇਹੋ ਯਾਦ ਰੱਖਣਾ, ਠੀਕ ਹੈ, ਵੀ ਜਿੱਦਾਂ ਜਿੱਦਾਂ ਅਸੀਂ ਕੰਸਟ੍ਰੇਂਟਸ ਅਪਲਾਈ ਕਰਦੇ ਹਾਂ ਤਾਂ ਉੱਦਾਂ ਸਾਡੇ ਡਿਗਰੀ ਆਫ ਫਰੀडम ਡਿਕਰੀਜ਼ ਹੁੰਦੇ ਜਾਂਦੇ ਆ। ਇਹ ਹੈਗਾ ਸਾਡਾ +1 ਲੈਵਲ ਤੱਕ, ਠੀਕ ਹੈ। ਹੁਣ ਜੋ ਅਸੀਂ ਅੱਗੇ ਟੌਪਿਕ ਕਰਾਂਗੇ ਸਟੂਡੈਂਟਸ, ਉਹ ਹੈਗਾ ਸਾਡਾ ਗ੍ਰੈਜੂਏਸ਼ਨ ਲੈਵਲ ਤੇ ਆਪਣਾ ਲੈਕਚਰਰ ਕੇਡਰ, ਠੀਕ ਹੈ। ਇੱਥੇ ਤੱਕ ਸਾਡਾ ਕੀ ਹੋ ਗਿਆ, ਮਾਸਟਰ ਕੇਡਰ ਦਾ, ਠੀਕ ਹੈ। ਹੁਣ ਅਸੀਂ ਜੋ ਇਹਦੇ ਨਾਲ ਐਡੀਸ਼ਨਲ ਟੌਪਿਕ ਆ ਉਹ ਅਸੀਂ ਲੈਕਚਰਰ ਕੇਡਰ, ਆਪਣਾ CSIR ਨੈਟ ਤੇ ਆਪਣੇ ਜੋ ਵੀ MSc ਫਿਜ਼ਿਕਸ ਦੇ ਵਿੱਚ ਹੈ ਨਾ ਯੂਜ਼ ਹੁੰਦੇ ਆਪਣੇ ਟੌਪਿਕ ਹੈਗੇ ਆ, ਉਹ ਅਸੀਂ ਹੁਣ ਕਰਾਂਗੇ, ਠੀਕ ਹੈ। ਉਹਦੇ ਵਿੱਚ ਕੀ ਹੈ ਸਾਡੇ ਕੋਲ ਸਟੂਡੈਂਟਸ, ਟਾਈਪਸ ਆਫ ਕੰਸਟ੍ਰੇਂਟਸ ਕਰਦੇ ਹਾਂ ਅਸੀਂ, ਟਾਈਪਸ ਆਫ ਕੰਸਟ੍ਰੇਂਟਸ। ਸਭ ਤੋਂ ਪਹਿਲੀ ਟਾਈਪ ਕੀ ਹੈ ਸਾਡੇ ਕੋਲ ਸਟੂਡੈਂਟਸ, ਹੋਲੋਨੋਮਿਕ, ਹੋਲੋਨੋਮਿਕ ਕੰਸਟ੍ਰੇਂਟ। ਸੈਕਿੰਡ ਵਾਲੀ ਕੀ ਹੈ ਸਾਡੇ ਕੋਲ, ਨॉन होलोनोमिक, ਠੀਕ ਹੈ। ਥਰਡ ਵਾਲੀ ਸਟੂਡੈਂਟ ਸਾਡੇ ਕੋਲ ਕੀ ਆ, ਸਟੇਸ਼ਨਰੀ ਕੰਸਟ੍ਰੇਂਟ, ਠੀਕ ਹੈ। ਤੇ ਫੋਰਥ ਵਾਲੀ ਸਾਡੇ ਕੋਲ ਕੀ ਆ, ਇਹਨੂੰ ਸਕਲੈਰੋਨੋਮਿਕ ਵੀ ਕਹਿੰਦੇ ਆ, ਸਕਲੈਰੋਨੋਮਸ,
ठीक है। तो फोर्थ वाली साड़ी की है टाइम डिपेंडेंट, टाइम डिपेंडेंट, ठीक है। इनू असीं रियोनोमिस भी कहने हैं, RHEONO, ठीक है, रियोनोमिस हो गया। हुण असीं इन्हां बारे ठीक है एक्सप्लेन करते हैं भी होलोनोमिक किहड़ी हुंदी है, नॉन होलोनोमिक ते स्टेशनरी ते टाइम डिपेंडेंट, ठीक है। होलोनोमिक कंस्ट्रेंट देखो स्टूडेंट्स, होलोनोमिक कंस्ट्रेंट असीं इदां समझते हैं, रियल लाइफ एग्जाम्पल तो ही समझते हैं, ठीक है। तुसां ने की करिया, तुसां ने आह वाला अपना रूम है, ठीक है, ये साडे कोल रूम आ स्टूडेंट्स। तुसां ने पार्टिकल नूं या पंछी नूं रूम दे विच छड्ड दित्ता, ठीक है, इंडिपेंडेंटली जिधर मर्जी मूव करे, जिधनों उहदी इच्छा करदी आ, ठीक है, उदां ही मूव करे। तां पंछी के मोशन के उपर एक कंसट्रेंट लग गई है, किते तो वह आज़ाद बाहर घूम रहा सी, ठीक है, किते वह रूम के विच बंद हो गया, बट रूम के विच तो इंडिपेंडेंटली जिधर मर्जी जा सकता ना, ठीक है। वो वाली कंसट्रेंट होंदी है साडी होलोनोमिक कंसट्रेंट। ये साडी किहड़ी आ होलोनोमिक कंसट्रेंट, किहड़ी है ये पार्सली रिस्ट्रिक्शंस भी कह सकते हैं आप, पार्सली रिस्ट्रिक्शंस, इन्हों पार्सली रिस्ट्रिक्शंस भी कह सकते हैं, ठीक है। मोशन के उपर जो पार्सली रिस्ट्रिक्शंस लगदियां ने उन्होंने असीं नॉन होलोनोमिक कहते हैं, ठीक है। दूजी गल होर भी असीं लिख सकते हैं भी ये मान लो साडा ओरिजन आ वाला साडा ओरिजन है, ठीक है स्टूडेंट्स। इधर नूं असां ने एक्स एक्सिस है, ये वाई एक्सिस है, तो जैड एक्सिस है, ठीक है स्टूडेंट्स। तो की होया जो पंछी साडा मूव कर सकता इत्थों लगा लो असीं 12x12 रूम का, 12x12 का, ठीक है, रूम अपना 12 फुट इधर नूं है, ठीक है, 12 फीट इधर नूं है, ठीक है। आ लो जी, हरेक पासे नूं 12 फीट है। हुण देखो साडा पंछी की कर सकदा, देखो स्टूडेंट्स जो साडे पंछी का मोशन है वो किद्दां डिस्क्राइब हो सकदा। देखो साडा पंछी है जो एक्स ग्रेटर दैन और इक्वल टू 0, सॉरी इत्थे 0 ते लैस दैन और इक्वल टू 12, एक्स इदां वेरी कर सकता। उस बाद वाई लैस दैन और इक्वल टू 0 और लैस दैन और इक्वल टू 12। उस तो बाद असी जैड की गल करते हैं, 0 लैस दैन और इक्वल टू अपना 12, ठीक है स्टूडेंट्स। हुण साडा एक कंसट्रेंट्स ने साडियां आ वालियां, ठीक है, काहदे ते पंछी के मोशन के उपर भी इहदे विच पंछी किते भी मूव कर सकदा। देखो स्टूडेंट्स अपने कोल जो पंछी के मोशन ते या पार्टिकल के मोशन से तुसीं अपने आप समझ लेना है पंछी या पार्टिकल दोनों इक्को चीज़ां ने, ठीक है। तो वो मोशन ते रिस्ट्रिक्शंस ने जो पार्शली लगियां हुई ने, ठीक है, मतलब कि रूम के विच किते भी मूव कर सकता, तो वो हो गई पार्शली रिस्ट्रिक्शंस नॉन होलोनोमिक हो गई। अगर रिस्ट्रिक्शंस नूं असां ने इन इक्वलिटी के साइन दे विच रिप्रजेंट कर सकते हैं, अगर रिस्ट्रिक्शन की इक्वेशन किदां दी होंदी है स्टूडेंट साडे कोले इन इक्वलिटी के साइन दे विच, ठीक है। देखो इत्थे इक्वल टू का साइन दा नहीं, लैस दैन और इक्वल टू लैस दैन, हरेक इक्वेशन दे विच ये साडे कोल की है कंसट्रेंट्स नूं लिखिया होया इन दी फॉर्म ऑफ इक्वेशन, बट इक्वेशनस काहदे विच ने इन इक्वलिटी की फॉर्म दे विच, ठीक है। जदों साडे कोल चाहे आ होवे चाहे आ होवे, ठीक है, रिस्ट्रिक्शंस पार्शली होण जां फिर असीं अपना जो रिस्ट्रिक्शंस ने या कंसट्रेंट्स ने उन्हां नूं इन इक्वलिटी दी इक्वेशन दे विच लिख सकदे आ, तां ओह जिहड़ियां होणगीਆਂ अपणियां कंसट्रेंट्स वो नॉन होलोनोमिक होणगीਆਂ, ठीक है स्टूडेंट्स। हुण असीं दी सैकेंड एग्जाम्पल भी कर लैंदे आ, ठीक है। हुण देखो साडे कोल की है, साडे कोल आ सफीयर आ, ठीक है, सफीयर इमेजिन करना तुसां ने, सफीयर है, ठीक है स्टूडेंट्स। अहां ने इहदे विच कोई पार्टिकल छड्डता, पार्टिकल या तुसीं लगा लो एयर मॉलीक्यूल ही है, ठीक है, एयर दा पार्टिकल है या एयर दा मॉलीक्यूल आ, वो हुण इह सफीयर दे विच जिस डायरैक्शन दे विच चाहे उस डायरैक्शन दे विच मूव कर सकदा, ठीक है। साडे कोल इहदी इत्थों रेडियस जो आर आ, ठीक है, इनू खुला छड्ड दित्ता पार्टिकल नूं अंदर इहदे, तां एक उहदे ते रिस्ट्रिक्शंस ने जो पार्सली लगियां ने, बट रहना तो उन्होंने अपने सफीयर के विच ही पऊगा, या बैलून असीं बैलून भी मन सकते हैं, रहना तो उन्होंने बैलून के विच ही पऊगा जो एयर पार्टिकल आ, एयर मॉलीक्यूल आ साडा, बट वो बैलून के या सफीयर के अंदर जिस पासे चाहे वह मन चाहे उस डायरैक्शन के मूव कर सकता। ये जो रिस्ट्रिक्शंस हो गई स्टूडेंट्स, ये पार्सली रिस्ट्रिक्शंस हो गई, तो असीं इहदी इक्वेशन किदां लिख सकते हैं स्टूडेंट्स। ये सफीयर आ, देखो सफीयर की इक्वेशन एक्स स्केयर प्लस वाई स्केयर प्लस जैड स्केयर लैस दैन और इक्वल टू आर,
ਇਹ ਰਿਸਟ੍ਰਿਕਸ਼ਨ ਦੇਖੋ ਕਿੱਦਾਂ ਰਿਪਰੈਜ਼ੈਂਟ ਕਰੀ ਹੈ ਸਾਨੂੰ, ਕੰਸਟੇਂਟ ਕਿੱਦਾਂ ਰਿਪਰੈਜ਼ੈਂਟ ਕਰੀ ਹੈ, ਇਹ ਇਨਇਕੁਐਲਿਟੀ ਦਾ ਸਾਈਨ ਆ ਗਿਆ ਇੱਥੇ ਵੀ। ਤਾਂ ਇਹ ਕਿਹੜੀ ਆਪਣੀ ਕੰਸਟੇਂਟ ਹੋਈ, ਨॉन ਹੋਲੋਨੋਮਿਕ। ਠੀਕ ਹੈ, ਇਹ ਹੋ ਗਿਆ ਸਾਡਾ ਸਾਰਾ ਹੀ ਨॉन ਹੋਲੋਨੋਮਿਕ ਦੇ ਬਾਰੇ। ਹੁਣ ਗੱਲ ਕਰਦੇ ਅਸੀਂ ਹੋਲੋਨੋਮਿਕ ਦੀ। ਦੇਖੋ ਸਟੂਡੈਂਟਸ, ਪਹਿਲਾਂ ਅਸੀਂ ਗੱਲ ਕਰਦੇ ਹਾਂ ਉਹ ਰੂਮ ਵਾਲੇ ਪੰਛੀ ਦੀ। ਅਗਰ ਅਸਾਂ ਨੇ ਕਹਿ ਦਿੱਤਾ ਸਟੂਡੈਂਟਸ ਵੀ ਜੋ ਪਾਰਟੀਕਲ ਹੈ ਸਾਡਾ, ਜੋ ਪੰਛੀ ਹੈ ਸਾਡਾ, ਆਲ ਉਹ ਫਲੋਰ ਹੈ ਨਾ ਐਕਸ ਵਾਈ ਪਲੇਨ ਵਾਲਾ, ਇਹ ਇਹਦੇ ਅਲੋਂਗ ਹੀ ਮੂਵ ਕਰੇਗਾ। ਇਹ ਜੋ ਅਸਾਂ ਨੇ ਇੱਥੇ ਲਾਈਨ ਬਣਾ ਦਿੱਤੀ ਵੀ ਇਹਦੇ ਉੱਪਰ ਹੀ ਚੱਲ ਸਕਦਾ, ਹੋਰ ਪਾਸੇ ਕਿਤੇ ਨਹੀਂ ਜਾ ਸਕਦਾ। ਠੀਕ ਹੈ, ਦੇਖੋ ਸਟੂਡੈਂਟਸ, ਸਾਡੀ ਕੰਸਟੇਂਟ ਤਾਂ ਲੱਗ ਗਈ ਹੈ। ਠੀਕ ਹੈ, ਇਹਦੇ ਉੱਤੇ ਕੰਸਟੇਂਟ ਲੱਗ ਗਈ ਹੈ। ਜਾਂ ਅਸੀਂ ਇੱਦਾਂ ਵੀ ਕਰ ਸਕਦੇ ਹਾਂ, ਇੱਥੋਂ ਡਾਇਗਨਲੀ ਕੰਸਟੇਂਟ ਲਗਾ ਸਕਦੇ ਹਾਂ। ਇੱਥੋਂ ਆਹ ਪਾਰਟ ਡਾਇਗਨਲ ਦੇ, ਇੱਥੋਂ ਅਸਾਂ ਨੇ ਇੱਕ ਕੋਈ ਹੈ ਨਾ, ਆਪਾਂ ਨੇ ਕੋਈ ਡੰਡਾ ਖੜਾ ਕਰ ਦਿੱਤਾ ਐਂ ਲਾ ਲਓ ਰੂਮ ਦੇ ਵਿੱਚ, ਹੈ ਨਾ, ਅਤੇ ਪੰਛੀ ਹੈ ਜਿਹੜਾ ਉਹਦੇ ਉੱਪਰ ਹੀ ਚੱਲ ਕੇ ਜਾ ਸਕਦਾ, ਹੋਰ ਕਿਸੇ ਪਾਸੇ ਉੱਡ ਨਹੀਂ ਸਕਦਾ ਹੈਗਾ। ਠੀਕ ਹੈ, ਉਹਨੇ ਜਦੋਂ ਵੀ ਮੂਵਮੈਂਟ ਕਰਨੀ ਹੈ ਤਾਂ ਉਹਦੇ ਉੱਪਰ ਹੀ ਕਰਨੀ ਹੈ। ਠੀਕ ਹੈ, ਹੁਣ ਦੇਖੋ ਸਟੂਡੈਂਟਸ, ਇੱਥੇ ਕੀ ਹੋਇਆ, ਇੱਥੇ ਪੰਛੀ ਇਹਦੇ ਉੱਪਰੋਂ ਉੱਡ ਨਹੀਂ ਸਕਦਾ ਹੈਗਾ, ਕੋਈ ਬਾਰ ਲੱਗੀ ਹੋਈ ਆ ਉਹਦੇ ਤੋਂ ਨਹੀਂ ਉੱਡ ਸਕਦਾ, ਕਿਤੇ ਨਹੀਂ ਜਾ ਸਕਦਾ। ਜੇ ਉਹਨੇ ਮੂਵਮੈਂਟ ਕਰਨੀ ਆ ਉਹ ਹਮੇਸ਼ਾ ਇਹਦੇ ਉੱਪਰ ਹੀ ਕਰੂਗਾ। ਠੀਕ ਹੈ, ਇਹਦੀ ਇਕੁਏਸ਼ਨ ਕਿੱਦਾਂ ਰਿਪਰੈਜ਼ੈਂਟ ਕਰ ਸਕਦੇ ਹਾਂ ਸਟੂਡੈਂਟਸ ਅਸੀਂ, x = y = z। ਠੀਕ ਹੈ, ਜਦੋਂ ਸਾਡੀ ਕੰਸਟੇਂਟ ਇਕੁਐਲਿਟੀ ਦੇ ਸਾਈਨ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ, ਜਦੋਂ ਸਾਡੀ ਕੰਸਟੇਂਟ ਨੂੰ ਇਕੁਐਲਿਟੀ ਦੇ ਸਾਈਨ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ, ਉਹ ਸਾਡੀ ਕੰਸਟੇਂਟ ਕੀ ਹੋਣੀ ਆ, ਹੋਲੋਨੋਮਿਕ ਕੰਸਟੇਂਟ ਹੋਣੀ ਆ। ਹੁਣ ਗੱਲ ਕਰ ਲੈਂਦੇ ਅਸੀਂ ਸਫੀਅਰ ਦੇ ਵਿੱਚ। ਠੀਕ ਹੈ, ਸਫੀਅਰ ਦੇ ਵਿੱਚ ਸਟੂਡੈਂਟਸ, ਜੇ ਅਸੀਂ ਸਾਡਾ ਪਾਰਟੀਕਲ ਇੱਥੇ ਆ ਮੰਨ ਲਓ, ਹੈ ਨਾ, ਇਹਦਾ ਇੱਕ ਫਿਕਸ ਰੇਡੀਅਸ r1 ਲਗਾ ਦਿੱਤਾ। ਹੁਣ r1 ਇਹ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਸਕਦਾ, ਕਿਤੇ ਵੀ ਮੂਵ ਕਰ ਜਾਵੇ, ਬਟ ਜੋ ਰੇਡੀਅਸ ਆ ਉਹਦਾ ਹਮੇਸ਼ਾ r1 ਹੀ ਰਹਿਣਾ ਚਾਹੀਦਾ। ਠੀਕ ਹੈ, ਇੱਕ ਫਿਕਸਡ ਰੇਡੀਅਸ ਰਹਿਣਾ ਚਾਹੀਦਾ। ਉਸ ਵੇਲੇ ਦੇਖੋ ਸਟੂਡੈਂਟਸ ਕਿੱਦਾਂ ਲਿਖ ਸਕਦੇ ਹਾਂ ਅਸੀਂ, ਇਹਦੀ ਇਕੁਏਸ਼ਨ ਵੀ ਲਿਖ ਸਕਦੇ ਹਾਂ ਇਹਦੀ ਅਸੀਂ, x² + y² + z² = ਕਾਹਦੇ ਹਮੇਸ਼ਾ ਬਰਾਬਰ ਰਹਿੰਦਾ, ਉਹ r1 ਦੇ ਸਕੇਅਰ ਦੇ। ਜੋ ਇਹਨਾਂ ਦਾ ਸਕੇਅਰ ਆ ਨਾ, ਉਹ ਹਮੇਸ਼ਾ r1 ਦੇ ਸਕੇਅਰ ਦੇ ਬਰਾਬਰ ਹੈ। ਇਹਦੇ ਵਿੱਚ ਕੀ ਸੀ, ਇਨਇਕੁਐਲਿਟੀ ਦਾ ਸਾਈਨ ਸੀ, ਇਹਦੇ ਵਿੱਚ ਇਕੁਐਲਿਟੀ ਦਾ ਸਾਈਨ ਆ, ਕਿਉਂਕਿ ਪਾਰਟੀਕਲ ਨੇ, ਜੋ ਪੰਛੀ ਨੇ, ਉਹ ਹਮੇਸ਼ਾ ਇੱਕ ਸਫੀਅਰ ਦੇ ਉੱਪਰ ਹੀ ਮੂਵ ਕਰਨਾ, ਉਹਨੇ ਵਾਰ-ਵਾਰ ਸਫੀਅਰ ਨਹੀਂ ਚੇਂਜ ਕਰਨਾ ਹੈਗਾ। ਠੀਕ ਹੈ, ਜਦੋਂ ਵਾਰ-ਵਾਰ ਸਫੀਅਰ ਚੇਂਜ ਨਾ ਕਰੇ, ਠੀਕ ਹੈ, ਉਦੋਂ ਆਪਣੀ ਹੋਲੋਨੋਮਿਕ ਹੈ। ਜਦੋਂ ਫਰੀਲੀ ਮੂਵ ਕਰ ਸਕਦਾ ਜਿੱਧਰ ਨੂੰ ਮਰਜ਼ੀ ਨੂੰ, ਠੀਕ ਹੈ, ਉਹ ਸਾਡੀ ਹੈਗੀ ਆ ਨॉन ਹੋਲੋਨੋਮਿਕ। ਠੀਕ ਹੈ ਸਟੂਡੈਂਟਸ, ਵੇਖੋ ਸਟੂਡੈਂਟਸ, ਹੁਣ ਇਹਨਾਂ ਦੀ ਮੈਂ ਗੱਲ ਸਮਝਾਉਣਾ ਤੁਹਾਨੂੰ ਹੋਲੋਨੋਮਿਕ ਅਤੇ ਨॉन ਹੋਲੋਨੋਮਿਕ ਦਾ, ਜਿਹੜੀ ਤੁਹਾਨੂੰ ਮੈਂ ਦੱਸਿਆ ਸੀ ਹਾਇਰ ਸਟੱਡੀਜ਼ ਬਾਰੇ, ਵੀ ਰਿਲੇਸ਼ਨ ਬਿਟਵੀਨ ਡਿਗਰੀ ਆਫ ਫਰੀडम ਐਂਡ ਕੰਸਟੇਂਟਸ। ਅਸੀਂ 10 ਮਿੰਟ ਪਹਿਲਾਂ ਪੜ੍ਹ ਕੇ ਆਏ ਹਾਂ ਵੀ ਡਿਗਰੀ ਆਫ ਫਰੀडम F = 3n - k, ਜੋ n ਨੇ ਆਪਣੇ ਪਾਰਟੀਕਲਸ ਨੇ, k ਜਿਹੜੀਆਂ ਕੰਸਟੇਂਟਸ ਨੇ। ਠੀਕ ਹੈ ਸਟੂਡੈਂਟਸ, ਹੁਣ ਇਹਦੇ ਵਿੱਚ ਤੁਹਾਨੂੰ ਮੈਨੇ ਆਖਿਆ ਸੀ ਜਦੋਂ ਸਿਸਟਮ 'ਤੇ ਕੰਸਟੇਂਟਸ ਲੱਗ ਜਾਂਦੀਆਂ ਨੇ ਤਾਂ ਸਾਡਾ ਜੋ ਆਪਣੀਆਂ ਕੀ ਹੁੰਦੀਆਂ ਨੇ, ਡਿਗਰੀ ਆਫ ਫਰੀडम ਡਿਕਰੀਜ਼ ਹੋ ਜਾਂਦੀਆਂ ਨੇ। ਠੀਕ ਹੈ, ਹੁਣ ਵੇਖਦੇ ਹਾਂ ਸਟੂਡੈਂਟਸ ਕੀ ਹੁੰਦਾ ਅਗਰ ਅਸੀਂ ਪਾਰਟੀਕਲ ਨੂੰ, ਆਹ ਸਾਡੇ ਕੋਲ ਸਫੀਅਰ ਆ, ਠੀਕ ਹੈ, ਇਹਦੇ ਵਿੱਚ ਪਾਰਟੀਕਲ ਛੱਡ ਦਿੱਤਾ ਸਾਨੇ। ਹੁਣ ਪਾਰਟੀਕਲ ਦੇਖੋ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਸਕਦਾ, ਜਾਂ ਰੂਮ ਦੇ ਵਿੱਚ ਤੁਸੀਂ ਜਿੱਥੇ ਬੈਠੇ ਹੋ ਉੱਥੇ ਇਮੈਜਿਨ ਕਰੋ ਵੀ ਅਸਾਂ ਨੇ ਕੋਈ ਪੰਛੀ ਛੱਡ ਦਿੱਤਾ ਉੱਥੇ। ਠੀਕ ਹੈ, ਉਹ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ, ਰਾਈਟ ਨੂੰ, ਲੈਫਟ ਨੂੰ ਜਾਂ ਅਪ ਨੂੰ, ਹੈ ਨਾ, 3 ਡਾਇਰੈਕਸ਼ਨ ਹੋ ਗਈਆਂ। ਕਿੰਨੇ ਆਪਣੇ ਵੇਰੀਏਬਲ ਵੇਰੀ ਕਰਨਗੇ, 3 ਵੇਰੀਏਬਲ ਵੇਰੀ ਕਰਨਗੇ। ਠੀਕ ਹੈ, ਤਾਂ ਕੋਆਰਡੀਨੇਟ ਕਿੰਨੇ ਹੋਏ ਸਾਡੇ, ਡਿਗਰੀ ਆਫ ਫਰੀडम ਕਿੰਨੀਆਂ ਹੋਈਆਂ ਉਹਦੀਆਂ। ਅਗਰ ਪੰਛੀ ਨੂੰ ਅਸਾਂ ਨੇ ਰੂਮ ਦੇ ਵਿੱਚ ਬੰਦ ਕਰ ਦਿੱਤਾ ਤਾਂ ਉਹਦੇ ਡਿਗਰੀ ਆਫ ਫਰੀडम ਕਿੰਨੇ ਹੋਏ ਸਟੂਡੈਂਟਸ। ਠੀਕ ਹੈ, ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਇਮੈਜਿਨ ਕਰਕੇ ਉਸ ਤੋਂ ਬਾਅਦ ਤੁਸੀਂ ਆਪਣਾ ਆਨਸਰ ਲਿਖੋ, ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਐਕਸਪਲੇਨ ਕਰਦਾ। ਦੇਖੋ, ਰੂਮ ਦੇ ਵਿੱਚ ਪੰਛੀ ਰਾਈਟ ਬੰਨੀ ਨੂੰ ਅਤੇ ਤੁਹਾਡੇ ਬੰਨੀ ਨੂੰ ਅਤੇ ਅਪ ਨੂੰ, ਹੈ ਨਾ, 3 ਡਾਇਰੈਕਸ਼ਨ ਦੇ ਵਿੱਚ ਮੂਵ ਕਰ ਸਕਦਾ। ਕਿੰਨੇ ਕੋਆਰਡੀਨੇਟਸ ਦੀ ਲੋੜ ਆ ਉਹਦੇ ਮੋਸ਼ਨ ਨੂੰ, ਹੈ ਨਾ, ਰਿਪਰੈਜ਼ੈਂਟ ਕਰਨ ਦੇ ਲਈ 3 ਕੋਆਰਡੀਨੇਟਸ ਦੀ ਲੋੜ ਆ। ਠੀਕ ਹੈ, ਤਾਂ ਸਾਡੀ ਡਿਗਰੀ ਆਫ ਫਰੀडम ਕਿੰਨੀਆਂ ਹੋਈਆਂ ਸਟੂਡੈਂਟਸ, ਇੱਥੇ ਡਿਗਰੀ ਆਫ ਫਰੀडम ਸਾਡੀਆਂ 3 ਹੋ ਗਈਆਂ। ਅਸੀਂ ਕੀ ਪੜ੍ਹਿਆ ਸੀ, ਅਸੀਂ ਤਾਂ ਇਹ ਪੜ੍ਹਿਆ ਸੀ ਵੀ ਜਦੋਂ ਕੰਸਟੇਂਟ ਲੱਗ ਜਾਂਦੀ ਆ ਤਾਂ ਸਾਡੀਆਂ ਡਿਗਰੀ ਆਫ ਫਰੀडम ਡਿਕਰੀਜ਼ ਹੋ ਜਾਂਦੀਆਂ ਨੇ, ਬਟ ਜਦੋਂ ਪੰਛੀ ਓਪਨ ਦੇ ਵਿੱਚ ਫਿਰਦਾ ਉਦੋਂ ਵੀ ਡਿਗਰੀ ਆਫ ਫਰੀडम 3 ਨੇ, ਜਦੋਂ ਅਸੀਂ ਰੂਮ ਦੇ ਵਿੱਚ ਬੰਦ ਕਰ ਦਿੱਤਾ ਉਦੋਂ ਵੀ ਡਿਗਰੀ ਆਫ ਫਰੀडम 3 ਨੇ। ਇਹ ਕੀ ਗੱਲ ਬਣੀ, ਹੈ ਨਾ, ਫਿਰ ਤਾਂ ਸਾਡਾ ਰਿਲੇਸ਼ਨ ਗਲਤ ਹੋ ਗਿਆ। ਸਟੂਡੈਂਟਸ, ਤੁਸਾਂ ਨੇ ਇੱਥੇ ਧਿਆਨ ਰੱਖਣਾ ਵੀ ਜਿਹੜੀ ਨॉन ਹੋਲੋਨੋਮਿਕ ਕੰਸਟੇਂਟ ਆ, ਜਦੋਂ ਅਸੀਂ ਪੰਛੀ ਨੂੰ ਰੂਮ ਦੇ ਵਿੱਚ ਬੰਦ ਕਰਿਆ ਸਟੂਡੈਂਟਸ, ਠੀਕ ਹੈ, ਉਹ ਨॉन ਹੋਲੋਨੋਮਿਕ ਕੰਸਟੇਂਟ ਆ, ਅਤੇ ਨॉन ਹੋਲੋਨੋਮਿਕ ਕੰਸਟੇਂਟ ਹੈ ਜੋ ਡਿਗਰੀ ਆਫ ਫਰੀडम 'ਤੇ ਕੋਈ ਵੀ ਇਫੈਕਟ ਨਹੀਂ ਪਾਉਂਦੀ ਹੈ।
ठीक है। ये डिग्री ऑफ फ्रीडम किन्ने रहने आ साडे 3 ही रहने आ, ठीक है। हुण स्टूडेंट्स गल करते हैं असी अगर असी पार्टिकल नूं सफीयर की सरफेस ते ही मूव करवाने आ, अगर पार्टिकल नूं सफीयर की सरफेस ते ही मूव करवाने आ, ठीक है। मान लो असी होलोनोमिक कंसटेंट लगाने, ਇਹਦਾ मतलब की है होलोनोमिक कंसटेंट लगाई, इत्थे की आ जाना साडा आर आ जाना, सफीयर का रेडियस कितना साडा आर आ। इत्थों स्टूडेंट्स देखो अगर असी दो वेरीएबल्स दियां वैल्यूज़ पुट करते हैं तो तीजे वेरीएबल की वैल्यू साडे कोल आसानी दे नाल कढ सकते हैं, ठीक है। सानू मिनीमम किन्ने कोआर्डीनेट्स की वैल्यू फाइंड करने की लोड़, 2 वेरीएबल्स की, ठीक है, 1 2, ठीक है। तो इक्वेशन की है साडे कोल आर की वैल्यू भी हमेशा फिक्स आ, मतलब कि होलोनोमिक कंसटेंट लग गई है, ठीक है। हुण साडे कोल देखो जदों साडे कोल होलोनोमिक कंसटेंट लगी तो असीं 2 वेरीएबल्स की वैल्यू फाइंड करी तो तीजे की असीं इक्वेशन दे विच पुट करके फाइंड कर सकते हैं, ठीक है। हुण सानू किन्ने कोआर्डीनेट्स की लोड़ पै रही है उहदे मोशन नूं डिस्क्राइब करने लई सानू 2 कोआर्डीनेट्स की लोड़ पै रही है, ठीक है। इस करके डिग्री ऑफ फ्रीडम की हुई DOF साडी किन्नी हुई 2 होगी, ठीक है। हुण देखो स्टूडेंट्स एक पासे तो डिग्री ऑफ फ्रीडम डिक्रीज़ हो रही है, एक पासे उन्नी ही रह रही है कंसटेंट दे अप्लाई करन तो बाद भी, ठीक है। तुहां ने की ध्यान रखना जो नॉन होलोनोमिक कंसटेंट अप्लाई करी हुई आ फिर तो डिग्री उपर कोई इफेक्ट नहीं पैंदा, अगर साडे कोल होलोनोमिक कंसटेंट अप्लाई करी हुई आ ये साडा डिग्री ऑफ फ्रीडम के उपर फर्क पैंदा, ठीक है। तुहानूं मैंने जदों उत्थे पहलां दस्सिया सी भी छोटे लैवल ते तां असीं इदां ही कहना भी कंसटेंट अप्लाई करन दे नाल डिग्री ऑफ फ्रीडम ते फर्क पैंदा। अगर असीं वड्डे लैवल हायर स्टडीज़ की गल करते हैं डिग्री कंसटेंट अप्लाई करन दे नाल डिग्री ऑफ फ्रीडम ते फर्क पैंदा भी या नहीं पैंदा वो काहदे ते डिपेंड करदा साडे टाइप ऑफ कंसटेंट किद्दां दी कंसटेंट अप्लाई करी है, ठीक है। स्टूडेंट्स हुण गल करते हैं असीं स्टेशनरी कंसटेंट, स्क्लेरोनोमस कंसटेंट या टाइम इंडिपेंडेंट कंसटेंट, ठीक है। सैकेंड वाली, थर्ड वाली, फोर्थ वाली जो टाइम डिपेंडेंट, रियोनोमस, ठीक है, ये इन्हां दे 2 नाम ने। तो इत्थे आपां तो एक मिसटेक हो गई है स्टूडेंट्स, इत्थे स्केयर आएगा, इत्थे भी स्केयर आएगा, ठीक है। देखो असीं केस डिस्कस करते हैं पहलां, इहदी डेफिनेशन ते जाण तो पहलां केस डिस्कस करते हैं। हुण साडे कोल आ वाला पार्टिकल आ, ठीक है, इहनूं कह दित्ता भी तैने इहदे विच मूव करना, आ सर्कल दे विच ही हमेशा मूव करना, इहदा रेडियस कितना साडे कोल आर, हमेशा इहो सर्कल दे विच मूव करना, ठीक है। ये साडे कोल कंसटेंट लग गई आ। इहदी इक्वेशन नूं किद्दां लिखदे हैं स्टूडेंट्स असीं x स्केयर प्लस y स्केयर इज इक्वल टू r दा स्केयर, क्योंकि 2D दे विच सर्कल है ना। उस तो बाद सैकेंड वाले फोर्थ पॉइंट की आपां केस डिस्कस करते हैं। असीं आह वाले पॉइंट नूं कह दिता लो जी ये इत्थों सेंटर पॉइंट आ भी तैने सर्कल दे विच मूव करना बट एज टाइम पास तेरा रेडियस इनक्रीज हो ही जाऊगा, ठीक है। हुण वेखो इहदी इक्वेशन किद्दां लिख सकते हैं स्टूडेंट्स, इहदी इक्वेशन असीं इदां लिख सकते हैं एक्स दा स्केयर प्लस वाई दा स्केयर, ठीक है, इट इज़ इक्वल टू आर, ठीक है, फंक्शन ऑफ टाइम दा स्केयर, ठीक है। जिद्दां जिद्दां साडा टाइम इनक्रीज हो रहा, ठीक है, उदां उदां साडा रेडियस इनक्रीज होई जा रहा, इनूं आर नूं रेडियस नूं टाइम दा फंक्शन बना दिता, ठीक है। देखो हुण तुहाडे सामने केस सामने आ जदों साडी कंसटेंट टाइम ते डिपेंड करती आ, ठीक है, ये फंक्शन ऑफ टाइम आ गया है ना, टाइम दे अलॉन्ग साडा रेडियस है जो इनक्रीज हो रही जा रहा, जदों साडी कंसटेंट टाइम ते डिपेंड करती आ जां फिर असीं इदां कह सकते हैं जदों साडी कंसटेंट दे विच टाइम कोआर्डीनेट आ गया, ठीक है, उदों साडी जो कंसटेंट होएगी वो टाइम डिपेंडेंट होएगी या रियोनोमस होएगी, ठीक है, इदां भी कह सकते हैं। जदों साडी कंसटेंट टाइम ते डिपेंड नहीं करती जां फिर जदों साडी कंसटेंट इक्वेशन दे विच टाइम नहीं आया उदों साडी कंसटेंट किहड़ी होनी है, स्टेशनरी कंसटेंट होनी है या स्क्लेरोनोमस कंसटेंट होनी है, ठीक है। तुहाडे सामने स्टूडेंट्स इमेज तुहाडी माइंड दे विच क्लीयर हो जानी चाहिए है कंसटेंट्स बारे, ठीक है। जो हुण स्टेशनरी कंसटेंट आ वो होलोनोमिक कंसटेंट भी हो सकती है, ठीक है, तो जिहड़ी टाइम डिपेंडेंट आ वो अपनी नॉन होलोनोमिक भी हो सकती है, इन्हां दोनों दे रिलेशन ने, ठीक है स्टूडेंट्स, ये तुसां ने याद रखने ने। तो हुण इस तो बाद आपां इन्हां दे रिलेटेड MCQ करते हैं स्टूडेंट्स। ये ने अपने MCQ जो प्रीवियस ईयर क्वेश्चन पेपर के विच आए हुए थे, ठीक है, अलग अलग एग्जाम्स के आए हुए हैं स्टूडेंट्स। हाउ मैनी डिग्री ऑफ फ्रीडम ऑफ अ रिजिड बॉडी पोजैस, ठीक है, रिजिड बॉडी के डिग्री ऑफ फ्रीडम किन्ने होंदे आ, ठीक है। हुण असीं ये वेखदे हां स्टूडेंट्स इहदे विच कुछ गलती होने के चांसिस ने। देखो साडे कोल एक कोआर्डीनेट सिस्टम है, ठीक है, आह वाला कोआर्डीनेट सिस्टम है, एक्स एक्सिस वाई एक्सिस ते Z एक्सिस, ठीक है। हुण असां ने इत्थे रिजिड बॉडी ले ली, लो जी आ साडे कोल
कोई बॉडी है रिजिड, ठीक है। रिजिड बॉडी ਦੇ ਵਿੱਚ ਕੀ ਹੁੰਦਾ ਕਿ डिस्टेंस बिटवीन द कॉन्स्टिट्यूट पार्टिकल्स रिमेन्स फिक्सड, जिन्ना डिस्टेंस ਹੁੰਦਾ ਉਹਨਾਂ ਦੇ ਵਿਚਕਾਰ ਹਮੇਸ਼ਾ ਉਨਾ ਹੀ ਰਹਿੰਦਾ। देखो स्टूडेंट्स ਹੁਣ जो रिजिड बॉडी है ਸਾਡੀ ਇਹ ਕਿੱਦਾਂ ਦਾ ਮੋਸ਼ਨ कर सकती है। डिग्री ऑफ फ्रीडम देखो, डिग्री ऑफ फ्रीडम ਦੇ ਵਿੱਚ ਕੀ ਵੇਖਦੇ ਹੁੰਦੇ ਆ ਅਸੀਂ, ਇਹੋ ਵੇਖਦੇ ਹੁੰਦੇ ਆ ਵੀ ਕਿੰਨੇ ਤਰ੍ਹਾਂ ਦਾ ਮੋਸ਼ਨ ਉਹ ਕਰ ਸਕਦੀ ਹੈ, ਕਿਸ ਡਾਇਰੈਕਸ਼ਨ ਬੰਨੀ ਨੂੰ। ਦੇਖੋ ਸਟੂਡੈਂਟਸ ਐਕਸ ਐਕਸਿਸ ਆ ਤੁਹਾਡੇ ਬੰਨੀ ਨੂੰ ਆ, ਇੱਕ ਤਾਂ ਇਹ ਬੋਡੀ ਤੁਹਾਡੇ ਬੰਨੀ ਨੂੰ ਆ ਸਕਦੀ ਹੈ, ਠੀਕ ਹੈ। ਦੂਜਾ ਦੇਖੋ ਵਾਈ ਐਕਸਿਸ ਆ, ਰਾਈਟ ਬੰਨੀ ਨੂੰ ਇਹ ਬੋਡੀ ਰਾਈਟ ਬੰਨੀ ਨੂੰ ਜਾ ਸਕਦੀ ਆ। ਜ਼ੈਡ ਐਕਸਿਸ ਆ ਤੇ ਦੇਖੋ ਅਪਵਰਡ ਡਾਇਰੈਕਸ਼ਨ ਹੈ ਜ਼ੈਡ ਐਕਸਿਸ ਦੀ ਤੇ ਉੱਪਰ ਨੂੰ ਜਾ ਸਕਦੀ ਹੈ, ਠੀਕ ਹੈ। ਇਹ ਹੋ ਗਿਆ ਸਾਡਾ ਬੋਡੀ ਦਾ ਟਰਾਂਸਲੇਸ਼ਨਲ ਮੋਸ਼ਨ। ट्रांसलेशनल मोशन किहड़ा मोशन, ट्रांसलेशनल मोशन, जिहदे कारण यह किन्नियां डायरैक्शन दे विच मूव कर सकती है, 3 डायरैक्शन दे विच मूव कर सकती है, मतलब कि 3 कोआर्डीनेट ने इंडिपेंडेंट कोआर्डीनेट, ठीक है। हुण एक्स 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 देखो तुहाडे बनी नूं एक्स आ, हुण इंडिपेंडेंट कोआर्डीनेट की गल आ गई है ना। एक्स ते मोशन वो इंडिपेंडेंटली कर सकता, कोई पार्टिकल इत्थे आया इत्थों इंडिपेंडेंटली मूव कर सकता, बट वाई नाल कोई उहदा रिलेशन तो नहीं है, ठीक है। बिना रिलेशन रखे एक्स कोआर्डीनेट से मूव कर सकता है, ताइयों असीं नूं इंडिपेंडेंट कोआर्डीनेट कहांगे। वाई नूं भी इदां ही आ, बिना रिलेशन रखे बाकी दोनों कोआर्डीनेट्स के नाल वाई तो इंडिपेंडेंटली मूव कर सकता। हुण देखो स्टूडेंट्स उही गल हुई, साडी बॉडी ट्रांसलेशनल मोशन 3 कोआर्डीनेट्स के अलॉन्ग कर सकती है, तो साडियां ट्रांसलेशनल डिग्री ऑफ फ्रीडम कितनी आईयां, 3 आ गई। हुण देखो स्टूडेंट्स असीं आ साडी बॉडी आ, इहदे विच आ सेंटर ऑफ मास आ ते इहदे विच एक एक्सिस पास कराता जो साडा पैरल आ, किहदे पैरल आ, जैड एक्सिस दे, ठीक है। हुण जैड एक्सिस दे अलॉन्ग साडी बॉडी की कर सकती है, इदां रोटेट कर सकती है, ठीक है। जैड एक्सिस दे अलॉन्ग चाहे क्लॉकवाइज रोटेट कर लो चाहे एंटी क्लॉकवाइज रोटेट करा लो, ठीक है। तो रोटेट कर सकती है एक, ठीक है, रोटेशन होगी। दूजा हुण सेंटर ऑफ मास दे विच दी असां ने एक होर एक्सिस पास कराउने आ वाला जो पैरल हैगा अपना वाई एक्सिस दे अलॉन्ग, ठीक है। ए एक्सिस दे अलॉन्ग साडी बॉडी इदां रोटेट कर सकती है, चाहे क्लॉकवाइज चाहे एंटी क्लॉकवाइज। हुण थर्ड जो साडा एक्सिस आ जो पैरल होएगा एक्स एक्सिस दे अलॉन्ग, जो तुहाडे बन्नी नूं इत्थों दी पास करेगा, ये सेंटर ऑफ मास दे विच दी, ठीक है। ये बॉडी इदां रोटेट कर सकती है ए एक्सिस दे अलॉन्ग, ठीक है। हुण देखो 3 डिग्रियां तां साडीआं ट्रांसलेशनल मोशन करन आ गईआं, 3 डिग्री ऑफ फ्रीडम साडीआं रोटेशनल मोशन करन आ गईआं, तां टोटल डिग्री ऑफ फ्रीडम साडीआं 6 डिग्री ऑफ फ्रीडम आ गईआं, ठीक है। इस करके साडा आंसर की आएगा स्टूडेंट्स 6 डिग्री ऑफ फ्रीडम। हुण अगला क्वेश्चन देखदे हां असीं। वैन कंसटेंट्स आर इंट्रोड्यूसड इन अ सिस्टम, जदों कंसटेंट्स सिस्टम दे विच इंट्रोड्यूस कीतियां जांदियां हन तां इट्स नंबर ऑफ डिग्री ऑफ फ्रीडम, डिग्री ऑफ फ्रीडम नूं की हुंदा, इनक्रीज हो जांदियां ने, डिक्रीज हो जांदियां ने, रिमेन सेम रहिंदियां ने या नन रहिंदियां ने, ठीक है। अगर स्टूडेंट्स तुसीं छोटी क्लास ਦੇ ਵਿੱਚ ਸਟੱਡੀ ਕਰ ਰਹੇ ਹੋ ਤਾਂ ਆਪਾਂ ਨੂੰ ਕਲੀਅਰ ਆ ਸਾਡਾ ਰਿਲੇਸ਼ਨ ਕੀ ਸੀ डिग्री ऑफ फ्रीडम ਤੇ ਕੰਸਟ੍ਰੇਂਟਸ ਦਾ ਕੀ ਰਿਲੇਸ਼ਨ ਸੀ ਸਾਡਾ। डिग्री ऑफ फ्रीडम इज इक्वल टू 3 × n, ठीक है, माइनस k। ਇਹ ਸਾਡੀਆਂ ਕਿਹਦੀਆਂ ਕੰਸਟ੍ਰੇਂਟਸ ਦੀਆਂ, ਠੀਕ ਹੈ। ਜਿਵੇਂ ਅਸੀਂ ਕੰਸਟ੍ਰੇਂਟਸ ਅਪਲਾਈ ਕਰੀ ਜਾਵਾਂਗੇ ਤਾਂ ਉਦਾਂ ਸਾਡੀਆਂ डिग्री ऑफ फ्रीडम ਡਿਕਰੀਜ਼ ਹੁੰਦੀਆਂ ਜਾਂਦੀਆਂ ਨੇ। ਇਹ ਹੈਗਾ ਸਾਡਾ ਛੋਟੇ ਲੈਵਲ ਦਾ ਕੁਐਸਚਨ, ਠੀਕ ਹੈ। ਤੇ अवला तो तुहानूं हायर लैवल पर यह क्वेश्चन आना नहीं चाहिए, क्योंकि वो अकॉर्डिंग फिर अगर कंसटेंट्स साडियां नॉन होलोनोमिक ने उस वेले तो कॉन्सटेंट रहिंदियां ने, ठीक है। उस वेले 2 ऑप्शन होंदियां ने, रिमेन्स सेम भी रह सकदियां ने, डिक्रीज भी हो सकदियां ने, ठीक है। डिपेंड्स अपॉन दी टाइप ऑफ कंसटेंट, किदां दी कंसटेंट है साडी, ठीक है। देखो स्टूडेंट्स अगर तुहानूं हायर लैवल च भी आ गया फिर भी तुसां ने डिक्रीज ते ही टिक करना, अगर लोअर लैवल पर भी आ गया फिर भी तुसां ने डिक्रीज ते ही टिक करना हमेशा, ठीक है। अगर डिक्रीज वाली ऑप्शन नहीं हैगी तो रिमेन्स सेम वाली ऑप्शन है, ठीक है, नॉन होलोनोमिक दे विच फिर साडा असीं रिमेन्स सेम वाली भी टिक कर सकते हैं, ठीक है। डिपेंड्स अपॉन असीं कंडीशन देखने उदां सानूं साडा लैब पेपर का लैवल वेखना असीं किदां दा पेपर दे रहे हैं, ठीक है। तो उहदा क्वेश्चन वेखना या कंसटेंट की टाइप बारे दस्सिया होया या नहीं दस्सिया होया, ठीक है। जे सानूं इत्थे कहता भी नॉन होलोनोमिक कंसटेंट अपलाई करी जांदी, नॉन होलोनोमिक इत्थे साडे कोल आंदा वैन नॉन होलोनोमिक कंसटेंट आर इंट्रोड्यूसड, फिर असीं की करदे रिमेन्स सेम, क्योंकि नॉन होलोनोमिक कंसटेंट अपने डिग्री ऑफ फ्रीडम पर कोई इफैक्ट नहीं पाउंदी, वो तुहानूं मैंने इत्थे शो करके विखाया दी, ठीक है। हुण अगले क्वेश्चन की गल करते हैं स्टूडेंट्स। नंबर ऑफ डिग्री ऑफ फ्रीडम ऑफ अ सिस्टम, नंबर ऑफ डिग्री ऑफ फ्रीडम की है, नंबर ऑफ इंडिपेंडेंट वेज इन विच अ सिस्टम कैन मूव बाय वायलेटिंग कंसटेंट्स। कहता भी
ਇੰਡੀਪੈਂਡੈਂਟ ਵੇਜ਼ ਠੀਕ ਹੈ ਜਿਨ੍ਹਾਂ ਦੇ ਵਿੱਚ ਉਹ ਮੂਵ ਕਰ ਸਕਦਾ ਤੇ ਕੰਸਟ੍ਰੇਂਟਸ ਨੂੰ ਵਾਇਓਲੇਟ ਕਰ ਦੇਣਾ। ਠੀਕ ਹੈ ਸਟੂਡੈਂਟਸ, ਇਹ ਡੈਫੀਨੇਸ਼ਨ ਦੀ ਉਹ ਗੱਲ ਕਰੀ ਹੈ ਵੀ ਡਿਗਰੀ ਆਫ ਫਰੀडम ਦੀ ਡੈਫੀਨੇਸ਼ਨ ਕੀ ਆ। ਅਸਾਂ ਨੇ ਪੜ੍ਹਿਆ ਵੀ ਕੰਸਟ੍ਰੇਂਟਸ ਤਾਂ ਅਸੀਂ ਵਾਇਓਲੇਟ ਕਰਨੀਆਂ ਨਹੀਂ ਹੈਗੀਆਂ ਜਦੋਂ ਮੋਸ਼ਨ ਕਰਵਾਉਣਾ। ਠੀਕ ਹੈ, ਇਹ ਹੋ ਜਾਣਾ ਗਲਤ ਸਾਡਾ। ਨੰਬਰ ਆਫ ਡਿਗਰੀ ਆਫ ਡਿਪੈਂਡੈਂਟ ਵੇਜ਼, ਡਿਪੈਂਡੈਂਟ ਵੇ ਨਹੀਂ ਲੈਣੇ ਹੈਗੇ ਅਸਾਂ ਨੇ, ਕੀ ਗੱਲ ਕਰੀ ਸੀ ਇੰਡੀਪੈਂਡੈਂਟ ਵੇਜ਼ ਲੈਣੇ ਆ। ਠੀਕ ਹੈ, ਇਸ ਕਰਕੇ ਇਹ ਵੀ ਗਲਤ ਹੋ ਜਾਣਾ। ਨੰਬਰ ਆਫ ਇੰਡੀਪੈਂਡੈਂਟ ਵੇਜ਼ ਇਨ ਵਿਚ ਏ ਸਿਸਟਮ ਕੈਨ ਮੂਵ ਵਿਦਾਊਟ ਵਾਇਓਲੇਟਿੰਗ ਕੰਸਟ੍ਰੇਂਟਸ, ਕੰਸਟ੍ਰੇਂਟਸ ਨੂੰ ਵਾਇਓਲੇਟ ਨਹੀਂ ਕਰਨਾ। ਠੀਕ ਹੈ, ਹੁਣ ਪੰਛੀ ਜਦੋਂ ਕਮਰੇ ਦੇ ਵਿੱਚ ਆ ਗਿਆ ਤਾਂ ਉਹ ਕਮਰੇ ਦੇ ਵਿੱਚ ਹੀ ਰਹੇਗਾ। ਠੀਕ ਹੈ, ਕੰਸਟ੍ਰੇਂਟ ਨੂੰ ਵਾਇਓਲੇਟ ਤਾਂ ਨਹੀਂ ਕਰੇਗਾ। ਠੀਕ ਹੈ, ਉਹੀ ਗੱਲ ਆ, ਕੰਸਟ੍ਰੇਂਟ ਨੂੰ ਵਾਇਓਲੇਟ ਨਹੀਂ ਕਰਨਾ ਤੇ ਉਹ ਵੇਜ਼ ਜਿੰਨੇ ਰਹਿਣਗੇ ਸਾਡੇ ਉਹਨਾਂ ਨੂੰ ਅਸੀਂ ਡਿਗਰੀ ਆਫ ਫਰੀडम ਕਹਾਂਗੇ। ਠੀਕ ਹੈ, ਉਸ ਤੋਂ ਅੱਗੇ ਗੱਲ ਕਰਦੇ ਹਾਂ ਸਟੂਡੈਂਟਸ, ਕੰਸਟ੍ਰੇਂਟਸ ਇਨ ਕੇਸ ਆਫ ਰਿਜਿਡ ਬਾਡੀ। ਰਿਜਿਡ ਬਾਡੀ ਦੇ ਵਿੱਚ ਕੰਸਟ੍ਰੇਂਟਸ ਕਿੱਦਾਂ ਹੁੰਦੀਆਂ ਨੇ? ਠੀਕ ਹੈ, ਡਾਇਨਾਮਿਕ ਹੁੰਦੀਆਂ ਨੇ, ਸਕਲੇਰੋਨੋਮਸ ਹੁੰਦੀਆਂ ਨੇ, ਰਿਓਨੋਮਸ ਹੁੰਦੀਆਂ ਨੇ, ਸਟੈਟਿਕ ਹੁੰਦੀਆਂ ਨੇ। ਠੀਕ ਹੈ, ਹੁਣ ਜੇ ਤੁਹਾਨੇ ਧਿਆਨ ਨਾਲ ਲੈਕਚਰ ਸੁਣਿਆ ਹੋਵੇ ਡਾਇਨਾਮਿਕ ਤੇ ਆਪਣੀ ਸਟੈਟਿਕ ਤਾਂ ਡਾਇਰੈਕਟ ਹੀ ਕੱਟ ਜਾਣੀਆਂ ਨੇ। ਠੀਕ ਹੈ, ਤੇ ਸੈਕਿੰਡ ਆਪਸ਼ਨ ਸਕਲੇਰੋਨੋਮਸ ਤੇ ਰਿਓਨੋਮਸ ਰਹਿ ਗਈ। ਠੀਕ ਹੈ, ਦੇਖੋ ਸਟੂਡੈਂਟਸ, ਅਸਾਂ ਨੇ ਕੀ ਕਰਿਆ ਸੀ, ਆਹ ਲਓ ਸਾਡੇ ਕੋਲ ਆਹ ਰਿਜਿਡ ਬਾਡੀ ਆ। ਠੀਕ ਹੈ, ਹੁਣ ਰਿਜਿਡ ਬਾਡੀ ਦੇ ਵਿੱਚ ਕੰਸਟ੍ਰੇਂਟ ਸਪਲਾਈ ਹੋਈਆਂ ਨੇ ਵੀ ਆਹ ਜੇ ਸਾਡੇ ਇਸ ਕੰਸਟੀਟਿਊਐਂਟ ਪਾਰਟੀਕਲਸ ਨੇ ਤਾਂ ਇਹ ਐਕਸ ਆ ਤਾਂ ਡੈਲਟਾ ਐਕਸ ਤਾਂ ਸਾਡਾ ਕੀ ਹੋਊਗਾ 0 ਹੋਊਗਾ। ਮਤਲਬ ਕਿ ਉਹਨਾਂ ਦੇ ਵਿਚਕਾਰ ਜੋ ਡਿਸਟੈਂਸ ਆ ਉਹ ਹਮੇਸ਼ਾ ਮੇਨਟੇਨ ਰਹੂਗਾ, ਉਨਾ ਹੀ ਰਹੂਗਾ। ਦੇਖੋ ਆਹ ਕੰਸਟ੍ਰੇਂਟ ਆ ਨਾ, ਆਹ ਕੰਸਟ੍ਰੇਂਟ ਨੂੰ ਅਸੀਂ ਕਿੱਦਾਂ ਇਕੁਅਲਿਟੀ ਦੀ ਫਾਰਮ ਦੇ ਵਿੱਚ ਲਿਖ ਲਿਆ। ਠੀਕ ਹੈ, ਤੇ ਟਾਈਮ ਦੀ ਕੋਈ ਗੱਲ ਹੋ ਰਹੀ ਆ? ਟਾਈਮ ਦੀ ਕੋਈ ਗੱਲ ਨਹੀਂ ਹੋ ਰਹੀ, ਟਾਈਮ ਦੇ ਨਾਲ ਇਹ ਵੇਰੀ ਕਰ ਰਿਹਾ ਨਹੀਂ ਵੇਰੀ ਕਰ ਰਹੀ ਜੋ ਸਾਡੀ ਕੰਸਟ੍ਰੇਂਟ ਦੀ ਇਕੁਏਸ਼ਨ ਆ। ਇਸ ਕਰਕੇ ਸਾਡਾ ਆਨਸਰ ਕੀ ਆਏਗਾ ਸਟੂਡੈਂਟਸ, ਸਕਲੇਰੋਨੋਮਸ, ਟਾਈਮ ਇੰਡੀਪੈਂਡੈਂਟ। ਠੀਕ ਹੈ, ਕਿਉਂਕਿ ਸਾਡੀ ਇਕੁਏਸ਼ਨ ਦੇ ਵਿੱਚ ਕੋਈ ਵੀ ਟਾਈਮ ਨਹੀਂ ਆ ਰਿਹਾ। ਠੀਕ ਹੈ, ਅੱਗੇ ਚੱਲਦੇ ਹਾਂ ਸਟੂਡੈਂਟਸ, ਕੰਸਟ੍ਰੇਂਟਸ ਕੈਨ ਰਿਪਰੈਜ਼ੈਂਟ ਇਨ ਦੀ ਫਾਰਮ ਆਫ ਇਕੁਏਸ਼ਨ। ਜਿਹੜੀਆਂ ਕੰਸਟ੍ਰੇਂਟਸ ਇਨ ਦੀ ਫਾਰਮ ਆਫ ਇਕੁਏਸ਼ਨ ਯੂਜ਼ ਕਰੀਆਂ ਲਿਖੀਆਂ ਜਾ ਸਕਦੀਆਂ ਨੇ। ਠੀਕ ਹੈ, ਜਿੱਦਾਂ ਕਿ ਅਸਾਂ ਨੇ ਕੀ ਕਰਿਆ ਸੀ ਸਟੂਡੈਂਟਸ, ਇੱਦਾਂ ਕਰਿਆ ਸੀ, ਲਓ ਜੀ ਆਹ ਸਾਡੇ ਕੋਲ ਕੋਆਰਡੀਨੇਟ ਐਕਸਿਸ ਆ ਤੇ ਸਫੀਅਰ ਆ, ਇਹਦੇ ਵਿੱਚ ਅਸਾਂ ਨੇ ਕੋਈ ਮੋਲੀਕਿਊਲ ਰੱਖ ਲਿਆ 에ਅਰ ਦਾ। ਠੀਕ ਹੈ, ਉਹ ਕਿੱਦਾਂ ਦਾ ਮੋਸ਼ਨ ਕਰ ਸਕਦਾ ਸਟੂਡੈਂਟਸ, ਜਾਂ ਪਾਰਟੀਕਲ ਨਾਲ। ਠੀਕ ਆ, ਆਹ ਦੇਖੋ ਪਾਰਟੀਕਲ ਨੇ ਸਫੀਅਰ ਦੀ ਸਰਫੇਸ ਦੇ ਉੱਪਰ ਹੀ ਮੂਵ ਕਰਨਾ, ਤਾਂ ਇਕੁਏਸ਼ਨ ਕੀ ਇਹਦੀ ਸਾਡੀ y ਸਕੁਅਰ ਪਲੱਸ z ਸਕੁਅਰ ਇਜ਼ ਇਕੁਅਲ ਟੂ r ਦਾ ਸਕੁਅਰ। ਠੀਕ ਹੈ, ਇਹ ਅਸੀਂ ਕੰਸਟ੍ਰੇਂਟ ਨੂੰ ਇਨ ਦੀ ਫਾਰਮ ਆਫ ਇਕੁਏਸ਼ਨ ਲਿਖ ਲਿਆ। ਠੀਕ ਹੈ, ਇਹ ਕਿੱਦਾਂ ਦੀ ਕੰਸਟ੍ਰੇਂਟ ਆ ਸਟੂਡੈਂਟਸ, ਇਹ ਸਾਡੀ ਕੰਸਟ੍ਰੇਂਟ ਹੋਲੋਨੋਮਿਕ ਹੈਗੀ ਆ। ਹੋਲੋਨੋਮਿਕ ਕੰਸਟ੍ਰੇਂਟ ਨੂੰ ਅਸੀਂ ਇਕੁਏਸ਼ਨ ਦੇ ਵਿੱਚ ਲਿਖ ਸਕਦੇ ਸੀ। ਠੀਕ ਹੈ, ਇਹ ਤਾਂ ਸਾਡੀ ਹੋਊਗੀ ਟਿਕ, ਇਹ ਹੋ ਗਈ ਸਾਡੀ ਸਹੀ। ਅਗਲੀਆਂ ਵੀ ਚੈੱਕ ਕਰ ਲੈਂਦੇ ਆ। ਨੋਨ ਹੋਲੋਨੋਮਿਕ ਹੈਗੀ ਆ, ਨੋਨ ਹੋਲੋਨੋਮਿਕ ਕੰਸਟ੍ਰੇਂਟ ਦੇ ਵਿੱਚ ਕੀ ਹੁੰਦਾ ਸਟੂਡੈਂਟਸ, ਉਹਦੇ ਵਿੱਚ ਅਸੀਂ ਕੰਸਟ੍ਰੇਂਟ ਨੂੰ ਇਨ ਇਕੁਅਲਿਟੀ ਦੀ ਫਾਰਮ 'ਚ ਲਿਖਦੇ ਹੁੰਦੇ ਆ। ਠੀਕ ਹੈ, ਜਾਂ ਇੱਥੇ ਲੈਸ ਦੈਨ ਇਕੁਅਲ ਟੂ ਹੋਣਾ ਚਾਹੀਦਾ ਸੀ, ਫਿਰ ਇਹ ਸਟੱਡੀ ਕੀਤੀ ਨੋਨ ਹੋਲੋਨੋਮਿਕ ਦੀ। ਸੈਕਲੇਰੋਨੋਮਸ, ਸੈਕਲੇਰੋਨੋਮਸ ਦੇ ਵਿੱਚ ਕੀ ਹੁੰਦਾ ਸਟੂਡੈਂਟਸ, ਜੋ ਆਰ ਆ ਸਾਡਾ ਜਾਂ ਕੋਈ ਵੀ ਕੋਆਰਡੀਨੇਟ ਆ, ਆਰ ਦੀ ਪਾਰਟੀਕੂਲਰ ਵੈਲਿਊ ਨਹੀਂ ਕਰਨੀ, ਗੱਲ ਨਹੀਂ ਕਰਨੀ, ਕੋਈ ਵੀ ਕੁਝ ਵੀ। ਠੀਕ ਹੈ, ਸਾਡਾ ਟਾਈਮ ਦੇ ਨਾਲ ਵੇਰੀ ਕਰਦਾ ਹੁੰਦਾ, ਮਤਲਬ ਕਿ ਦੇ ਵਿੱਚ ਕੰਸਟ੍ਰੇਂਟ ਇਕੁਏਸ਼ਨ ਦੇ ਵਿੱਚ ਟਾਈਮ ਆਉਂਦਾ ਹੁੰਦਾ। ਠੀਕ ਹੈ, ਉਹਨੂੰ ਅਸੀਂ ਟਾਈਮ ਇੰਡੀਪੈਂਡੈਂਟ ਹੁੰਦਾ ਜੋ ਸਾਡਾ ਆਪਣਾ ਇਕੁਏਸ਼ਨ ਆ। ਠੀਕ ਹੈ, ਤੇ ਇਹ ਸਾਡੀ ਇਕੁਏਸ਼ਨ ਆ ਜੋ ਟਾਈਮ ਇੰਡੀਪੈਂਡੈਂਟ ਹੈਗੀ ਆ। ਇਹ ਜੋ ਕੰਸਟ੍ਰੇਂਟ ਹੋਏਗੀ ਹੋਲੋਨੋਮਿਕ ਵੀ ਹੋਏਗੀ ਤੇ ਸਕਲੇਰੋਨੋਮਸ ਵੀ ਹੋਏਗੀ। ਠੀਕ ਹੈ, ਇਹ ਆਲ ਆਫ ਦੀਜ਼ ਨਹੀਂ ਕੱਟ ਹੋਏਗਾ। ਠੀਕ ਹੈ, ਇਹ ਤਾਂ ਸਾਡਾ ਕੱਟ ਹੋ ਜਾਣਾ ਕਿਉਂਕਿ ਸਾਡੀ ਇਹ ਵਾਲੀ ਕੈਂਸਲ ਹੋ ਰਹੀ ਹੈ। ਸਟੂਡੈਂਟਸ ਤੁਸਾਂ ਨੇ ਇਹਦੇ ਵਿੱਚ ਫਸਟ ਵਾਲੀ ਆਪਸ਼ਨ ਟਿਕ ਕਰੋਗੇ। ਠੀਕ ਹੈ, ਸਕਲੇਰੋਨੋਮਸ ਟਾਈਮ ਦੀ ਗੱਲ ਕਰਦੇ ਹਾਂ, ਤੇ ਜੇ ਅਸੀਂ ਇਕੁਏਸ਼ਨ ਦੀ ਸਿੱਧੀ ਇਹਨਾਂ ਨੇ ਟਾਈਮ ਦੀ ਕੋਈ ਵੈਸੇ ਗੱਲ ਨਹੀਂ ਕਰੀ ਹੈਗੀ, ਇਹਨਾਂ ਨੇ ਇਕੁਏਸ਼ਨ ਹੀ ਕਿਹਾ ਕੱਲਾ ਵੀ ਇਕੁਏਸ਼ਨ ਦੀ ਫਾਰਮ 'ਚ ਲਿਖ ਸਕਦੇ ਹਾਂ, ਤਾਂ ਸਾਡਾ ਹੋਲੋਨੋਮਿਕ ਜੋ ਕੰਸਟ੍ਰੇਂਟ ਵਾਲਾ ਆਨਸਰ ਹੈ ਜੋ ਜ਼ਿਆਦਾ ਫਿੱਟ ਬੈਠ ਰਿਹਾ। ਠੀਕ ਹੈ, ਤੇ ਜੇ ਇੱਥੇ ਗੱਲ ਕਰਦਾ ਵੀ ਇਨ ਦੀ ਫਾਰਮ ਆਫ ਇਕੁਏਸ਼ਨ ਐਂਡ ਟਾਈਮ ਵੀ ਹੁੰਦਾ, ਫਿਰ ਅਸੀਂ ਸਕਲੇਰੋਨੋਮਸ ਲਿਖ ਸਕਦੇ ਸੀ। ਠੀਕ ਹੈ, ਹੁਣ ਸਟੂਡੈਂਟਸ ਅੱਗੇ ਚੱਲਦੇ ਹਾਂ ਅਸੀਂ ਅਗਲੇ MCQ ਤੇ। ਸਕਲੇਰੋਨੋਮਸ ਕੰਸਟ੍ਰੇਂਟਸ ਆਰ, ਸਕਲੇਰੋਨੋਮਸ ਕੰਸਟ੍ਰੇਂਟਸ ਕਿਹੜੀਆਂ ਹੁੰਦੀਆਂ ਨੇ, ਕਹਿੰਦੇ ਇੰਡੀਪੈਂਡੈਂਟ ਆਫ ਟਾਈਮ, ਡਿਪੈਂਡੈਂਟ ਆਫ ਟਾਈਮ, ਜਾਂ ਬੋਥ ਹੀ ਨਨ। ਠੀਕ ਹੈ, ਅਸੀਂ ਸਟੂਡੈਂਟਸ ਕੀ ਕਰਿਆ ਸੀ, ਅਸੀਂ 3 ਪੜ੍ਹੀਆਂ ਤੀਆਂ, ਹੋਲੋਨੋਮਿਕ, ਨੋਨ ਹੋਲੋਨੋਮਿਕ ਤੇ ਥਰਡ ਵਾਲੀ ਆਪਣੀ ਸਕਲੇਰੋਨੋਮਸ, ਫੋਰਥ ਵਾਲੀ ਹੈਗੀ ਸੀ ਆਪਣੀ ਟਾਈਮ ਡਿਪੈਂਡੈਂਟ, ਜਾਂ ਉਹਨੂੰ ਅਸੀਂ ਕੀ ਕਹਿੰਦੇ ਸੀ, ਰਿਓਨੋਮਸ। ਠੀਕ ਹੈ ਸਟੂਡੈਂਟਸ, ਹੁਣ ਦੇਖੋ ਟਾਈਮ ਦੀ ਗੱਲ ਕਿਹੜੀ ਕੰਸਟ੍ਰੇਂਟ ਦੇ ਵਿੱਚ ਗੱਲ ਹੋਈ ਸੀ, ਆਪਣੀ ਥਰਡ ਵਾਲੀ ਤੇ ਫੋਰਥ ਵਾਲੀ ਸੀ। ਠੀਕ ਹੈ, ਜਿਹੜੀ ਥਰਡ ਵਾਲੀ ਸੀ ਉਹ ਟਾਈਮ ਇੰਡੀਪੈਂਡੈਂਟ ਦੀ, ਟਾਈਮ
टाइम इंडिपेंडेंट, जी फोर्थ वाली सी वो टाइम डिपेंडेंट दी। हुण स्क्लेरोनोमिस कंस्टेंट आर इंडिपेंडेंट ऑफ टाइम तो डिपेंडेंट ऑफ टाइम या बोथ या नन। डिपेंडेंट ऑफ टाइम किहड़ी अपनी रियोनोमस है, ठीक है, इस करके तो साडी की हो जानी है, कट हो जानी है, ठीक है। बोथ नहीं हो सकता, नन भी नहीं हो सकता, साडा आंसर की आऊगा इंडिपेंडेंट ऑफ टाइम आ जाएगा, ठीक है। हुण कंस्टेंट्स ऑन द मोशन ऑफ अ पार्टिकल इन अ प्लेन रिड्यूसिस द नंबर ऑफ डिग्री ऑफ फ्रीडम बाय। ये जो क्वेश्चन है साडा ये बड़ा डूंघाई वाला, तो सानू ये सोच के इमैजिन भी करना पैना, ठीक है, फिर किते जाके हल होगा। की कहता है कंस्टेंट्स ऑन द मोशन ऑफ अ पार्टिकल के मोशन ते कंस्टेंट लग गई आ इन अ प्लेन दे विच मूव करदा वो, रिड्यूसिस द नंबर ऑफ डिग्री ऑफ फ्रीडम। डिग्री ऑफ फ्रीडम किन्ने रिड्यूस कर दिंदा, ठीक है। हुण देखो स्टूडेंट्स साडे कोल असीं आ कोआर्डीनेट एक्सिस है साडे कोल, एक्स एक्सिस वाई एक्सिस जैड एक्सिस, ठीक है। हुण पार्टिकल इत्थे पिया, ਇਹ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ मूव कर सकता, जिस ਨੂੰ ਚਾਹੇ ਜਿੱਧਰ ਨੂੰ ਚਾਹੇ एक्स वाई जैड, ठीक है। ਇਹਦੀਆਂ नंबर ऑफ डिग्री ऑफ फ्रीडम किन्ने होए साडे, डिग्री ऑफ फ्रीडम साडे किन्ने होए, साडे 3 होए, ठीक है। हुण उस तो बाद की कहता पार्टिकल इन आ प्लेन दे विच ही मूव करेगा, ठीक है। मान लो साडी आ एक्स वाई प्लेन आ, साडा एक्स इधर नूं आए, वाई एक्स इधर नूं, वाई इधर नूं, एक प्लेन बन गई है, ठीक है। ये प्लेन दे विच ही पार्टिकल मूव कर रहा, इदां ही बस जिहड़ी आ वाली प्लेन आ ना, इहदे विच ही मूव कर रहा, ठीक है। आ सर्कल आपां नहीं ड्रा करते, ठीक है, तुहानूं कन्फ्यूजन हो जानी है। ये एक्स वाई प्लेन दे विच ही मूव कर रहा, ठीक है। साडे कोल इत्थे कंस्टेंट लग गई है, कंस्टेंट किहड़ी लगी है स्टूडेंट्स इत्थे, जेड इज इक्वल टू 0, जेड इज इक्वल टू 0, जेड हमेशा 0 रहिंदा, ठीक है, जो पार्टिकल मोशन करता। ये किहड़ी कंस्टेंट आ, आपां कंस्टेंट्स भी रिवाइज कर लेने, किहड़ी कंस्टेंट आ, ये इक्वेशन दे विच रिप्रजेंट करी गई है कि इक्वेशन च या इन इक्वेशन, मतलब कि इन इक्वलिटी यह इक्वेशन दे विच है, किहड़ी भी होलोनोमिक होगी। टाइम डिपेंडेंट है या इंडिपेंडेंट है, टाइम की गल कोई नहीं हुई ये, ठीक है, इस करके टाइम इंडिपेंडेंट होगी, भी स्क्लेरोनोमस हुई, ठीक है। इदां दी कंस्टेंट होगी। हुण देखो स्टूडेंट्स साडे कोल एक कंस्टेंट लग गई है, सानू रिलेशन की पता हुंदा, होलोनोमिक कंस्टेंट आ, ठीक है, उदों ही घटाउणा जे नॉन होलोनोमिक कंस्टेंट होगी, उदों असीं ये रिलेशन नहीं यूज़ करना। किहड़ा वाला रिलेशन, डिग्री ऑफ फ्रीडम इज इक्वल टू 3n माइनस के, ठीक है। डिग्री ऑफ फ्रीडम साडे कोल कितनी डिग्री ऑफ फ्रीडम ने 3 माइनस कंस्टेंट्स कितनी ने 1 लगी है, ठीक है। किहड़ी कंस्टेंट कंसीडर करनी हो रही जदों होलोनोमिक होवे, अगर स्टूडेंट्स साडे नॉन होलोनोमिक कंस्टेंट आ तां असीं ये रिलेशन नहीं लगावांगे एट हायर लैवल्स, ठीक है। तो 3 दे विचों 1 माइनस करिया साडे कोल 2 आ गई, ठीक है। डिग्री ऑफ फ्रीडम साडे कोल 2 आ गई, कदों कंस्टेंट लगन तो बाद। हुण देखो क्वेश्चन की कहता है, रिड्यूसिस द नंबर ऑफ डिग्री ऑफ फ्रीडम बाय, भी नंबर ऑफ डिग्री किन्ने डिक्रीज हो जाते हैं, किन्ने नंबरां नाल डिक्रीज हो जाते हैं। पहला साडे कोल 3 तीयां, बाद च किन्ने हो गए 2, किन्ने नंबरां नाल डिक्रीज होए 3 माइनस 2 इट इज इक्वल टू 1 बाय 1, ठीक है। आंसर है की है साडे कोल एक नंबर नाल साडी डिग्री ऑफ फ्रीडम डिक्रीज हो जाती है जो पार्टिकल नूं असीं 3D दे विचों एक प्लेन दे विच मूव करवा देने आ। अगे वेखदे हैं क्वेश्चन, नॉन होलोनोमिक कंस्टेंट मे बी एक्सप्रैसड इन दी फॉर्म ऑफ नॉन होलोनोमिक, ठीक है। कंस्टेंट ते एक क्वेश्चन तुहानूं आना ही आना, तुहानूं लैक्चरर केडर होवे जां CSIR नैट होवे या मास्टर केडर होवे, सॉरी मास्टर केडर दे विच कंस्टेंट वाला नहीं आउंदा, अपने MSc एंट्रेंस ते MSc दे एग्जाम हों, ठीक है। देखो स्टूडेंट्स नॉन होलोनोमिक दे विच की हुंदा, ਉਹਦੇ ਵਿੱਚ ਇਨਇਕੁਐਲਿਟੀ ਆਉਂਦੀ ਹੁੰਦੀ ਹੈ ਨਾ, ਤੁਹਾਨੂੰ ਸਮਝਾਇਆ ਸੀ ਮੈਨੇ। ਇਹਦੇ ਵਿੱਚ ਇਕੁਐਲਿਟੀ ਹੈ, ਇਨਇਕੁਐਲਿਟੀ ਹੈ, ਟਾਈਮ ਡਿਪੈਂਡੈਂਟ ਹੈ, ਇੰਡੀਪੈਂਡੈਂਟ ਹੈ। ਇਹ ਜੇ ਇਨਇਕੁਐਲਿਟੀ ਆਉਂਦੀ ਹੁੰਦੀ ਹੈ ਨॉन ਹੋਲੋਨੋमिक ਚ, ਇਕੁਐਲਿਟੀ ਤਾਂ ਸਾਡੀ ਨॉन ਹੋਲੋਨੋमिक ਚ ਆਉਂਦੀ ਹੁੰਦੀ ਹੈ, ਇਸ ਕਰਕੇ ਸਾਡੀ ਕੀ ਹੋ ਜਾਣੀ ਹੈ, ਇਹ ਆਪਸ਼ਨ ਤਾਂ ਸਾਡੀ ਕੈਂਸਲ ਹੋ ਜਾਣੀ ਆ, ਠੀਕ ਹੈ। ਇਨਇਕੁਐਲਿਟੀ ਸਾਡੀ ਹਾਂ ਆਉਂਦੀ ਹੁੰਦੀ ਹੈ ਇਹਦੇ ਵਿੱਚ ਨॉन ਹੋਲੋਨੋमिक ਦੇ ਵਿੱਚ। ਤੇ ਵੈਕਟਰ ਬਾਰੇ ਤਾਂ ਸਾਨੂੰ ਕੋਈ ਗੱਲ ਹੀ ਨਹੀਂ ਕਰੀ, ਫਿਰ ਨਨ, ਠੀਕ ਹੈ। ਇਹ ਨਹੀਂ ਸਾਡਾ ਆਂਸਰ ਸਾਡਾ B ਆ ਗਿਆ, ਠੀਕ ਹੈ। ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਫੀਡਬੈਕ ਆਪਣਾ ਜ਼ਰੂਰ ਦੇਣਾ ਕਮੈਂਟ ਸੈਕਸ਼ਨ ਦੇ ਵਿੱਚ। ਤੇ ਟੈਲੀਗ੍ਰਾਮ ਚੈਨਲ ਵੀ ਚੱਲ ਰਿਹਾ, ਠੀਕ ਹੈ, ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ, ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ, ਠੀਕ ਹੈ। ਤੇ ਇਦਾਂ ਹੀ ਆਪਾਂ ਕੰਟੀਨਿਊ ਰੱਖਾਂਗੇ ਤੇ ਫੀਡਬੈਕ ਜ਼ਰੂਰ ਦੇਣਾ। ਓਕੇ, ਧੰਨਵਾਦ।